ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖਹਿਰਾ ਸਾਹਿਬ, ਬਹੁਤ ਮਾੜੀ ਘਟਨਾ, ਨਸ਼ਿਆਂ ਦੇ ਖਿਲਾਫ ਆਪਾਂ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਹਾਂ ਕਿ ਪੰਜਾਬ ਸਰਕਾਰ ਨੇ ਇਹ ਆਪਣੇ ਆਪ ਨਾਲ ਪ੍ਰੋਮਿਸ ਕੀਤਾ ਹੋਇਆ ਕਿ ਉਹ ਨਸ਼ੇ ਖਤਮ ਕਰਨਗੀਆਂ, ਪਰ ਲੋਕਾਂ ਨੂੰ ਚਾਹੀਦਾ ਕਿ ਆਪਣੇ ਆਪ ਦੇ ਉੱਤੇ ਆਪ ਵੀ ਤਾਂ ਕੰਟਰੋਲ ਕਰਨ। ਇੱਥੇ ਆਪਣੇ ਆਪ 'ਤੇ ਕੰਟਰੋਲ ਨਹੀਂ ਹੈਗਾ। ਨਸ਼ੇ ਸਾਡਾ ਦਿਮਾਗ ਖਰਾਬ ਕਰਦੇ ਨੇ। ਅਸੀਂ ਨਸ਼ੇ ਦੀ ਹਾਲਤ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ। ਇੱਕ ਘਟਨਾ ਵਾਪਰੀ ਹੈ, ਇੱਕ ਨਸ਼ੇੜੀ ਨੇ ਆਪਣੇ ਸਹੁਰੇ ਪਰਿਵਾਰ 'ਚ ਜਾ ਕੇ ਆਪਣੇ ਮੁੰਡੇ ਨੂੰ, ਆਪਣੀ ਕੁੜੀ ਨੂੰ, ਆਪਣੀ ਸੱਸ ਨੂੰ, ਆਪਣੇ ਸਹੁਰੇ ਨੂੰ ਤੇ ਆਪਣੀ ਘਰਵਾਲੀ ਨੂੰ ਜਿਉਂਦਿਆਂ ਨੂੰ ਸਾੜਤਾ। ਵਾਕਈ ਬੜੀ ਵਹਿਸ਼ੀਆਨਾ ਹਰਕਤ ਆ, ਬਹੁਤ ਜ਼ਿਆਦਾ। ਔਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਨਾ, ਤੇ ਫਿਰ ਜਦੋਂ ਅਸੀਂ ਕਹਿੰਦੇ ਜੀ ਪੰਜਾਬ ਤੇ ਨਸ਼ਿਆਂ ਦੀ ਗਲਤਾਨ ਦੇ ਵਿੱਚ ਆ, ਪੰਜਵਾਂ ਦਰਿਆ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਗਣ ਲੱਗ ਪਿਆ। ਛੇਵਾਂ ਦਰਿਆ ਤੁਸੀਂ ਕਹਿ ਲਓ। ਜਦੋਂ ਪੰਜਾਬ ਫਿਰ ਇਸ ਗੱਲ ਤੇ ਆਉਂਦਾ ਹੈ ਤੇ ਫਿਰ ਪੰਜਾਬ ਦੀ ਹਰ ਨਬਜ਼ ਜਿਹੜੀ ਆ ਉਹ ਅਸੀਂ ਦੇਖਦੇ ਟਟੋਲਦੇ ਹਾਂ ਤੇ ਗੱਲਾਂ ਕਰਦੇ ਹਾਂ। ਪਰ ਜਦੋਂ ਪੋਲੀਟੀਸ਼ੀਅਨਸ ਦੇ ਕੋਲ ਇਹ ਗੱਲ ਜਾਂਦੀ ਆ ਤਾਂ ਉਹ ਕਹਿੰਦੇ ਜੀ ਕਿੱਥੇ ਪੰਜਾਬ ਨੂੰ ਤਾਂ BJP ਭੰਡੀ ਜਾਂਦੀ, ਪੰਜਾਬ ਨੂੰ ਫਾਲਾਂ ਨੇ ਬਾਹਰਲੇ ਭੰਡੀ ਜਾਂਦੇ, NRI ਜਿੱਦਾਂ ਕਹਿੰਦੇ ਆ। ਪਰ ਪੰਜਾਬ ਦੇ ਵਿੱਚ ਜੋ ਪਤਾ ਆ ਸਾਨੂੰ, ਉਹ ਸਭ ਕੁਝ ਹੈਗਾ ਹੀ ਆ। ਤੁਸੀਂ ਅੰਮ੍ਰਿਤਸਰ ਦੇ ਪਿੰਡ ਦੀਆਂ ਜਿਹੜੀਆਂ ਅੰਮ੍ਰਿਤਸਰ ਦਾ ਇਲਾਕਾ ਆ ਜਿੱਥੇ ਉਹ ਸ਼ਰੇਆਮ ਨਸ਼ਾ ਵਿਕਦਾ ਆ, ਇੱਕ ਬੰਦਾ ਟੀਕਾ ਲਾਈ ਜਾਂਦਾ ਆ, ਦੂਸਰੀ ਕੁੜੀ ਇਹਦਾ ਝੂਮਣ ਡਈ ਆ। ਇੱਕ ਥੋੜ੍ਹੇ ਦਿਨ ਪਹਿਲਾਂ ਖਬਰ ਆਉਂਦੀ ਆ, ਉਹ ਕੁੜੀ ਇੰਨਾ ਜ਼ਿਆਦਾ ਓਵਰਡੋਜ਼ ਹੋਈ ਹੁੰਦੀ ਆ, ਮਤਲਬ ਇੰਨੀ ਲੋਰ ਚਾਹੀ ਹੁੰਦੀ, ਹਾਈ ਹੋਈ ਹੁੰਦੀ, ਜਿਹਨੂੰ ਅਸੀਂ ਕਹਿੰਦੇ ਆ ਪਤਾ ਨਹੀਂ ਹਾਈ, ਇੱਦਾਂ ਦੇ ਸ਼ਬਦ ਆਉਣ ਲੱਗ ਪਏ। ਉਹ ਉੱਤੇ ਬੈਠੀ ਆ, ਫੜੀ 'ਤੇ ਬੈਠੀ ਆ, ਤੇ ਉਹਨੂੰ ਪੁੱਛਣ ਡਿਆ ਵੀ ਤੂੰ ਕੌਣ ਆ? ਕਹਿੰਦੀ ਗੰਦ ਬੋਲਣ ਡਈ ਆ। ਮਤਲਬ ਤੁਸੀਂ ਹਿਸਾਬ ਲਾ ਸਕਦੇ ਆ ਨਾ, ਇਹ ਪੰਜਾਬ ਆ। ਉਹ ਪੰਜਾਬ ਜਿਹਨੂੰ ਅਸੀਂ ਉੜਤਾ ਪੰਜਾਬ ਕਹਿਣ ਦੇ ਵੇਲੇ ਸਾਨੂੰ ਸੰਗ ਆਉਂਦੀ ਆ, ਪਰ ਅਸੀਂ ਮੈਂ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਵੀ ਜਿੰਨਾ ਚਿਰ ਸਾਡਾ ਜਿਹੜਾ ਪ੍ਰਸ਼ਾਸਨ ਆ ਜਿਹੜਾ, ਜਾਂ ਫਿਰ ਸਾਡੇ ਜਿਹੜੇ ਆਪਦੇ ਹੀ ਲੋਕ ਆ, ਜਿੰਨਾ ਚਿਰ ਉਹ ਨਾ ਮਿਲੇ ਹੁਣ ਤਾਂ ਨਸ਼ਾ ਆ ਹੀ ਨਹੀਂ ਸਕਦਾ। ਇਹ ਖੇਪਾਂ ਕਿਤੇ ਪੰਜਾਬ ਦੇ ਵਿੱਚ ਇੱਦਾਂ ਥੋੜ੍ਹੀ ਆ ਜਾਂਦੀਆਂ, ਚਾਹੇ ਗੁਜਰਾਤ ਦੀ ਬੰਦਰਗਾਹ ਤੋਂ ਆਉਂਦੀ ਆ, ਚਾਹੇ ਕਿਸੇ ਦੇ ਵੀ ਆਉਂਦੀ ਆ, ਪੰਜਾਬ ਤੱਕ ਪਹੁੰਚਦੀ ਕਿੱਦਾਂ? ਗੱਲ ਤਾਂ ਇਹੀ ਹੈ, ਕੰਸਾਈਨਮੈਂਟਸ। ਔਰ ਦੂਜਾ ਜਿਹੜਾ ਕਹਿੰਦੇ ਨੇ ਨਾ ਛੇਵਾਂ ਦਰਿਆ, ਤੇ 5 ਦਰਿਆ ਹੈਗੇ ਨੇ। 5 ਦਰਿਆ ਕਿੱਥੇ ਰਹਿ ਗਏ ਨੇ? ਪਾਰਟੀਸ਼ਨ ਤੋਂ ਬਾਅਦ ਤਾਂ ਤੁਸੀਂ 2.5 ਸਵਾ 2.5 ਦਰਿਆ ਬਚੇ ਨੇ, ਬਾਕੀ ਪਾਕਿਸਤਾਨ ਚਲੇ ਗਏ। ਤੇ ਆਹ ਬਚੇ ਨੇ, ਤੇ ਨਾਲ ਨਸ਼ੇ ਵੀ। ਹਾਲਾਂਕਿ ਇਹ ਗਵਰਨਮੈਂਟ ਵੱਲੋਂ ਚੱਲਦੀ ਪਈ ਸਕੀਮ ਕਿ ਨਸ਼ਾ ਫਰੀ ਕਿਵੇਂ ਕਰਨਾ, ਡਰੱਗ ਫਰੀ ਪੰਜਾਬ ਸਟੇਟ ਨੂੰ ਕਿਵੇਂ ਕਰਨਾ। ਪਰ ਤੁਸੀਂ ਠੀਕ ਕਹਿੰਦੇ ਹੋ, ਮਿਲੇ ਹੋਏ ਵਿੱਚ ਹੈਗੇ ਨੇ, ਕੰਸਾਈਨਮੈਂਟਸ ਹੈਗੀਆਂ ਨੇ, ਕਿਉਂਕਿ ਈਜ਼ੀ ਮਨੀ ਹੈ। ਓਕੇ, ਅੱਛਾ, ਹੁਣ ਇਹ ਛੋਟੀ ਜਿਹੀ ਘਟਨਾ, ਛੋਟੀ ਜਿਹੀ ਮਤਲਬ ਆਪਾਂ ਕਹਿੰਦੇ ਹਾਂ ਕਿ ਇੱਦਾਂ ਦੀਆਂ ਬੜੀਆਂ ਸਾਰੇ ਘਰ ਲੁੱਟੇ ਜਾਂਦੇ ਨੇ। ਇਹ ਤਾਂ ਬੜੀ ਮਤਲਬ ਦਿਲ ਨੂੰ ਦਹਿਲਾਉਣ ਵਾਲੀ ਗੱਲ ਆ ਵੀ ਉਹਨੂੰ ਆਪਣੇ 5 ਸਾਲ ਦਾ ਤੇ 7 ਸਾਲ ਦੇ ਜਵਾਕ ਆ ਜੀ ਦੋਨੇ। ਘਰ ਵਾਲੀ ਕਿਤੇ ਘਰ ਦੀ ਕਲੇਸ਼ ਤੋਂ ਦੇਖੋ, ਜਿੱਥੇ ਹੁਣ ਕਹਿੰਦੇ ਨਾ ਵੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜਲੰਧਰ ਦਾ ਪਿੰਡ ਖੁਰਸ਼ੇਦਪੁਰ ਦੇ ਲਾਗੇ ਹੀ ਹੈ ਪਿੰਡ, ਖੁਰਸ਼ੇਦਪੁਰ ਹੀ ਆ ਮੁੰਡੇ ਦਾ ਪਿੰਡ, ਜਿੱਥੇ ਉਹ ਪਰਮਜੀਤ ਕੌਰ ਸੀਗਾ ਉਹਦੀ ਘਰ ਵਾਲੀ ਦਾ ਨਾਂ। ਉੱਥੋਂ ਕਿਤੇ ਘਰ ਦੀ ਘਰੇਲੂ ਲੜਾਈ ਹੁੰਦੀ ਹੋਊਗੀ ਤੇ ਛੱਡ ਕੇ ਆਪਦੇ ਨਿਆਣੇ ਲੈ ਕੇ ਕਹਿੰਦੀ ਹੁਣ ਵੀ ਜੇ ਮੈਂ ਆਪਦੇ ਮਾਪਿਆਂ ਕੋਲੇ ਚਲੀ ਜਾਂਦੀ ਧਰਵਾਸਾ ਲੈਣ। ਬਿਟਲਾ ਪਿੰਡ ਆ ਪੰਜਾਬ ਜਲੰਧਰ ਦੇ ਕੋਲ ਹੀ। ਹੁਣ ਦੁਪਹਿਰਾਂ ਸੁੱਤੇ ਪਏ ਆ ਜੀ ਉਹ ਅੰਦਰਾਂ 'ਚ, ਉਸ ਸਮੇਂ ਉਹਨੂੰ ਨਾ ਅੱਗ ਲਾਤੀ। ਤੁਸੀਂ ਹਿਸਾਬ ਲਾ ਲਓ ਵੀ ਇਹ ਕਿੱਦਾਂ ਨਿਕਲ ਜਾਂਦੀਆਂ ਚੀਜ਼ਾਂ। ਕਿਉਂਕਿ ਦਿਲ ਨਹੀਂ ਡੋਲਿਆ ਵੀ ਮੇਰਾ 5 ਸਾਲ ਦਾ ਤੇ 7 ਸਾਲ ਦੇ ਮੇਰੇ ਜਵਾਕ ਆ, ਕੁੜੀ ਮੁੰਡਾ ਆ, ਪੂਰੀ ਤਕੜੀ ਫੈਮਿਲੀ ਜਿਹਨੂੰ ਅਸੀਂ ਕਹਿੰਦੇ ਆ ਕਿ ਇਹੀ ਪਰਿਵਾਰ ਖੁਸ਼ਹਾਲ ਹੋ ਸਕਦਾ ਸੀਗਾ। ਇੱਕ ਨਾ ਮੈਂ ਨਾ ਹਮੇਸ਼ਾ ਹੀ ਗੱਲ ਕਰਦਾ ਹੁੰਦਾ, ਮੈਂ ਇੱਕ ਬੰਦੇ ਨੂੰ ਜਾਣਦਾ ਸੀ, ਮੈਂ ਨਾ ਬੜਾ ਉਹ ਮਤਲਬ ਛੋਟਾ ਜਿਹਾ ਸੀਗਾ ਜਦੋਂ ਅਸੀਂ ਉਹਨੂੰ ਜਾਣਦੇ ਸੀਗੇ। ਉਹ ਕਿਤੇ ਨਸ਼ੇ ਦੀ ਓਵਰਡੋਜ਼ 'ਚ ਨਸ਼ੇ ਦੇ ਨਾਲ ਆਦੀ ਹੋ ਗਿਆ ਨਸ਼ੇ ਦਾ। ਪਰ ਮੈਂ ਉਹਨੂੰ ਜਦੋਂ ਹੀ ਉਹਦੇ ਨਾਲ ਬਾਕੀਆਂ ਨੂੰ ਵੇਖਿਆ ਤੇ ਉਹ ਜਿੰਨੇ ਉਹਦੇ ਨਾਲ ਮੁੰਡੇ ਫਿਰਦੇ ਹੁੰਦੇ ਸੀ ਉਹਨਾਂ 'ਚੋਂ ਇੱਕ ਵੀ ਨਹੀਂ ਮੁੰਡਾ ਉਹਨੇ ਕਦੀ ਲਾਇਆ। ਮੈਂ ਉਹਨੂੰ ਕਹਿੰਦਾ ਸੀ ਵੀ ਨਸ਼ਾ ਤਾਂ ਇੱਦਾਂ ਦਾ ਘੁਣ ਵਾ ਜਿਹੜਾ ਮਤਲਬ ਜਾਂ ਇੱਦਾਂ ਦੀ ਲਾਗ ਦੀ ਬਿਮਾਰੀ ਆ ਵੀ ਤੁਸੀਂ ਨਾਲ ਆਟੋਮੈਟਿਕਲੀ ਲੱਗ ਜਾਂਦੇ ਆ। ਫਿਰ ਨਿਆਣੇ ਦੱਸਦੇ ਕਹਿੰਦੇ ਵੀ ਇਹ ਬੰਦਾ ਇੱਦਾਂ ਦਾ ਜਿਹਨੇ ਅੱਜ ਤੱਕ ਕਿਹਾ ਵੀ ਚਲੋ ਮੈਂ ਤਾਂ ਬਰਬਾਦ ਹੋ ਗਿਆ ਪਰ ਤੁਸੀਂ ਨਾ ਹੋਇਓ। ਕਹਿੰਦਾ ਸਾਨੂੰ ਹਮੇਸ਼ਾ ਹੀ ਇਹਨੇ ਇਹ ਕਿਹਾ ਆ। ਅਤੇ ਮੈਂ ਵੇਖਦਾ ਸੀ ਵੀ ਉਹ ਨਿਆਣੇ ਵੀ ਉਹਦੇ 'ਤੇ ਜਾਨ ਛਿੜਕਦੇ ਆ ਜੀ, ਅਤੇ ਛੋਟੇ ਨਿਆਣੇ ਉਹਦੇ ਨਾਲ ਘੁੰਮਦੇ ਆ, ਹੈ ਨਾ। ਨਹੀਂ ਤਾਂ ਆਪਾਂ ਲੋਕਾਂ ਦੇ ਸੁਸਾਇਟੀ 'ਚ ਹੁੰਦਾ ਵੀ ਜਿਹੜਾ ਨਸ਼ੇੜੀ ਆ ਉਹਦੇ ਨਾਲ ਅਸੀਂ ਨਿਆਣੇ ਆਪਦੇ ਘੁੰਮਣ ਨਹੀਂ ਦੇਣੇ। ਉਹ ਫਿਰ ਮੈਂ ਉਹਨਾਂ ਦੀਆਂ ਮਾਵਾਂ ਨਾਲ ਗੱਲ ਕਰਦੇ, ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਵਿਚਾਰੇ ਨੂੰ ਬਹੁਤ ਸਾਲ ਹੋ ਗਏ, 6 ਸਾਲ ਹੋ ਗਏ, 7 ਸਾਲ ਹੋ ਗਏ ਕਰਦੇ ਨੂੰ, ਪਰ ਇਹਨੇ ਸਾਡਾ ਇੱਕ ਵੀ ਮੁੰਡਾ ਗਲੀ ਦਾ ਨਹੀਂ ਲੱਗਣ ਦਿੱਤਾ। ਤਾਂ ਤੁਸੀਂ ਹਿਸਾਬ ਲਾ ਲਓ। ਹੁਣ ਮੈਂ ਇਹ ਸੋਚਦਾ ਸੀ ਵੀ ਚਲੋ ਵਾਕਈ ਕਹਿੰਦੇ ਵੀ ਸਾਡੇ ਉਹਨਾਂ ਦੇ ਹਾਰਮੋਨਸ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ, ਦਿਮਾਗ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ। ਪਰ ਜੇ ਤੁਸੀਂ ਇਹੀ ਗੱਲ ਸੋਚ ਲਓ ਕਿ ਜੇ ਅਸੀਂ ਬਰਬਾਦ ਹੋ ਗਏ, ਸਾਨੂੰ ਕਿਸੇ ਬਰਬਾਦ ਕਰ ਦਿੱਤਾ, ਪਰ ਅਸੀਂ ਅੱਗੋਂ ਕਿਸੇ ਨੂੰ ਨਹੀਂ ਹੋਣ ਦੇਣਾ। ਬਸ ਉਨੀ ਕਿਤੇ ਨਾਲ ਹੀ ਬਹੁਤ ਕੁਝ ਬਚਿਆ ਜਾ ਸਕਦਾ ਹੈ, ਉਨੇ ਕਿਤੇ ਨਾਲ ਬਹੁਤ ਕੁਝ ਹੋ ਸਕਦਾ। ਮੈਂ ਤਾਂ ਕਹਿੰਦਾ ਵੀ ਜਿਹੜੇ ਵਿਚਾਰਿਆਂ ਨੂੰ ਕਿਤੇ ਨੂੰ ਲਾ ਦਿੱਤਾ ਹੈ, ਸਾਡਾ ਜਿਹਾ ਪ੍ਰੋਗਰਾਮ ਕੋਈ ਸੁਣਦਾ ਹੈ ਨਾ, ਜਿਨ੍ਹਾਂ ਨੂੰ ਜੇ ਤੁਸੀਂ ਨਸ਼ਾ ਕਰਦੇ ਹੋ ਤਾਂ ਤੁਸੀਂ ਅਚਾਨਕ ਚੇਨ ਚੱਤੇ ਲੱਗ ਗਏ ਹੋ,
ਤੇ ਸਾਰੇ ਇਕੱਠੇ ਹੋ ਜਿਹੜੇ ਲੱਗਦੇ ਕੀਤਾ ਨਸ਼ਾ। ਦੱਸੋ ਆਪੋ ਆਪਣੀਆਂ ਸਟੋਰੀਆਂ ਵੀ ਮੈਂ ਇਦਾਂ ਲੱਗਿਆ, ਕਿਉਂ ਘਬਰਾਉਂਦੇ ਹੋ? ਸਾਰਾ ਪੰਜਾਬ ਤੁਹਾਡੇ ਨਾਲ ਖੜਾ ਆ, ਅਸੀਂ ਤਾਂ ਉਹ ਲੋਕ ਆ ਜਿਹੜੇ ਮਦਦ ਦੇ ਲਈ ਅੱਗੇ ਆ ਜਾਂਦੇ ਆ। ਬਿਲਕੁਲ ਠੀਕ ਆ। ਦੇਖੋ ਨਾ ਖੈਰਾ ਜੀ, ਮੈਂ ਇਹਦੀ ਜੜ 'ਚ ਮੰਨਦਾ ਹਾਂ ਕਿ ਗਵਰਨਮੈਂਟ ਦੀ ਪਾਲਿਸੀ ਵੀ ਹੈ ਸ਼ਰਾਬ ਸਸਤੀ, ਹੋਰ ਸਸਤੀ ਕਾਹਦੇ ਵਾਸਤੇ? ਸੇਲ ਵਧਾਉਣ ਵਾਸਤੇ, ਸੇਲ ਵਧਾਉਣ ਵਾਸਤੇ। ਹੁਣ ਬੰਦਿਆਂ ਨੂੰ ਤੁਸੀਂ ਸ਼ਰਾਬ ਪਿਲਾ ਕੇ ਇੱਦਾਂ ਤੁਸੀਂ ਪੈਸਾ ਇਕੱਠਾ ਕਰਨਾ ਖਜ਼ਾਨੇ ਵਾਸਤੇ। ਰੋਟੀ ਮਹਿੰਗੀ, ਸ਼ਰਾਬ ਸਸਤੀ। ਔਰ ਦੇਖੋ ਸ਼ਰਾਬ ਦਾ ਆਦੀ ਸ਼ਰਾਬ ਪੀਏਗਾ, ਫਿਰ ਬੰਦਾ ਵੈਰਾਈਟੀ ਮੰਗਦਾ ਔਰ ਵੈਰਾਈਟੀ ਹੋਰ ਤਰ੍ਹਾਂ ਦਾ ਨਸ਼ਾ ਕਰਕੇ ਦੇਖਦਾ। ਸ਼ਰਾਬ ਤੋਂ ਇਲਾਵਾ ਬਾਕੀ ਨਸ਼ੇ ਆਉਂਦੇ ਨੇ, ਉਹ ਵੀ ਕਰਕੇ ਦੇਖਦਾ। ਇਹ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਘਰ ਦੇ ਵਿੱਚ ਅਸੀਂ ਦੇਖੋ ਕਈ ਵਾਰ ਫੈਮਲੀਜ਼ ਇੱਦਾਂ ਦੀਆਂ ਨੇ, ਸ਼ਰਾਬ ਪੀਣਗੇ ਬੈਠ ਕੇ, ਛੋਟੇ ਛੋਟੇ ਬੱਚਿਆਂ ਨੂੰ ਕਹਿਣਗੇ ਜਾਂ ਸਲਾਦ ਲੈ ਆ, ਮੰਮੀ ਨੂੰ ਕਹੇ ਸਲਾਦ ਕੱਟ ਦੇਣ, ਉਹ ਨਿੱਕਾ ਜਿਹਾ ਸਲਾਦ ਦੀ ਪਲੇਟ ਲੈ ਕੇ ਆਇਆ ਔਰ ਦੇਖਦਾ ਪਿਆ ਕਿ ਬਾਪੂ ਜੀ ਮੇਰੇ ਕੀ ਕਰਦੇ ਪਏ ਨੇ। ਅੱਛਾ, ਨਿਆਣੇ ਸਾਂਗਾ ਲਾ ਲਾਉਂਦੇ, ਫਿਰ ਪੈਗ ਲਾਉਣਾ ਜੀ, ਪੈਗ ਲਾਉਣੇ, ਉਹਨੂੰ ਵੀ ਲਵਾ ਦੇਣਗੇ ਨਿੱਕਾ ਜਿਹਾ, ਖਿੱਚ ਮੇਰਾ ਸ਼ੇਰ। ਔਰ ਸ਼ੇਰ ਜਦੋਂ ਫਿਰ ਵੱਡਾ ਹੋ ਕੇ ਬੱਬਰ ਸ਼ੇਰ ਬਣਦਾ, ਨਸ਼ੇ ਕਰਦਾ, ਫਿਰ ਰੋਂਦੇ ਨੇ। ਵਾਕਈ ਪਤਾ ਗੱਲ ਕੀ ਆ, ਸੁਸਾਇਟੀ ਨਾ ਹੋਰ ਤਰ੍ਹਾਂ ਦੀ ਹੋ ਗਈ। ਉਹਦੇ ਬਾਰੇ ਆਪਾਂ ਬੜੇ ਸੀਰੀਅਸਲੀ ਗੱਲ ਕਰ ਗਏ ਆ, ਪਰ ਉਹੀ ਗੱਲ ਆ ਨਾ ਵੀ ਅਸੀਂ ਕਿੱਥੇ ਖੜੇ ਆ, ਸਾਨੂੰ ਹਿਸਾਬ ਹੀ ਨਹੀਂ ਪਤਾ ਹੈਗਾ। ਮੈਂ ਨਾ ਕਿਸੇ ਤੋਂ ਸੁਣਦਾ ਸੀ, ਉਹ ਕਹਿੰਦਾ ਵੀ ਜਦੋਂ ਤੁਸੀਂ ਜਨਾਨੀ ਬਾਜ਼ ਹੁੰਦੇ, ਮਤਲਬ ਤੁਸੀਂ ਇੱਕ ਤੋਂ ਵੱਧ ਮਤਲਬ ਔਰਤਾਂ ਦੇ ਨਾਲ ਜਿਹੜੇ ਇਲੀਗਲ ਸੰਬੰਧ ਰੱਖਣੇ ਸ਼ੁਰੂ ਕਰ ਦਿੰਦੇ ਆ ਨਾ, ਤਾਂ ਤੁਹਾਡੀ ਭੁੱਖ ਵੱਧਦੀ ਜਾਂਦੀ ਆ। ਇੱਦਾਂ ਸੇਮ ਔਰਤਾਂ ਦੇ ਕੇਸ ਦੇ ਨਾਲ ਕਿ ਜੇ ਔਰਤ ਵੀ ਇੱਕ ਮਰਦ ਤੋਂ ਵੱਧ ਮਰਦ ਰੱਖਦੀ ਆ, ਤੇ ਉਹਦੀ ਵੀ ਇਦਾਂ ਹੁੰਦੀ ਨਾ ਕਿ ਉਹ ਫਿਰ ਇੱਕ ਤੋਂ ਬਾਅਦ ਦੂਸਰਾ, ਜਿੱਦਾਂ ਹੁਣ ਜਿਵੇਂ ਬੰਦਾ ਜਿਹੜਾ ਆ ਉਹ ਕਹਿੰਦਾ ਨਹੀਂ ਉਹ ਜਨਾਨੀ ਬੈਟਰ ਸੀ, ਅਗਲੀ ਅਸੀਂ ਕੰਪੈਰੀਜ਼ਨ ਕਰਦੇ ਆ। ਉਹ ਕੰਪੈਰੀਜ਼ਨ ਸਾਨੂੰ ਇੰਨੇ ਅੱਗੇ ਲੈ ਜਾਂਦਾ ਨਾ, ਜਿੱਦਾਂ ਤੁਸੀਂ ਕਹਿੰਦੇ ਵੀ ਨਸ਼ਾ ਫਿਰ ਉਹ ਵੈਰਾਈਟੀ ਭਾਲਦਾ, ਇੱਦਾਂ ਹੀ ਹਰ ਬੁਰੀ ਚੀਜ਼ ਫਿਰ ਉਹ ਅੱਗੇ ਤੋਂ ਅੱਗੇ ਵੈਰਾਈਟੀਆਂ ਭਾਲਦੀ ਆ। ਉਹਨੇ ਆਪਣਾ ਇੱਕ ਤੁਹਾਨੂੰ ਕਹਿੰਦੇ ਹੁੰਦੇ ਨਾ ਵੀ ਉਹਨੇ ਆਪਣਾ ਜਾਦੂ ਵਿਖਾਉਣਾ ਹੀ ਵਿਖਾਉਣਾ। ਤੁਸੀਂ ਚੰਗੀ ਆਦਤ ਦਾ ਦੇਖ ਲਓ, ਚੰਗੀ ਆਦਤ ਤੁਹਾਨੂੰ ਇੱਕ ਹੁੰਦੀ, ਫਿਰ ਦੂਸਰੀ ਚੰਗੀ ਲੀਡ ਹੋਣੀ ਹੈ, ਤੀਸਰੀ ਚੰਗੀ ਲੀਡ ਹੋਣੀ ਉਹਦੇ ਨਾਲ। ਬੁਰਾਈ ਵੀ ਇੱਦਾਂ ਹੀ ਆ, ਜੇ ਇੱਕ ਬੁਰਾਈ ਆ ਤਾਂ ਫਿਰ ਦੂਸਰੀ ਤੀਸਰੀ ਵੱਡੀ ਹੋਣੀ ਆ। ਇਸ ਕਰਕੇ ਜਿੰਨਾ ਬਚ ਸਕਦੇ ਇਹਨਾਂ ਚੀਜ਼ਾਂ ਤੋਂ ਬਚਣਾ ਬਹੁਤ ਜ਼ਰੂਰੀ ਆ। ਉਹ ਕਹਿੰਦੇ ਨੇ ਨਾ ਸਿਆਣੇ ਕਿ ਬੁਰਾਈ ਦਾ ਕੋਈ ਅੰਤ ਨਹੀਂ ਤੇ ਸੱਚਾਈ ਦੀ ਅੱਛਾਈ ਦੀ ਕੋਈ ਸੀਮਾ ਨਹੀਂ, ਜਿੱਥੇ ਤੱਕ ਮਰਜ਼ੀ ਲੈ ਜਾਓ। ਵਾਕਈ ਸੋ ਇਹ ਦੋਨੋਂ ਚੀਜ਼ਾਂ ਨੇ ਐਕਸਟ੍ਰੀਮ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ, ਇਹ ਤੁਹਾਡੇ ਹੱਥ ਹੈ। ਇਸੇ ਕਰਕੇ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਆਪ ਕੰਟਰੋਲ ਨਹੀਂ ਕਰਦੇ, ਸੈਲਫ ਕੰਟਰੋਲ ਨਹੀਂ ਕਰਦੇ, ਆਪਣੇ ਆਪ ਨੂੰ ਡਿਸਪਲਿਨ 'ਚ ਨਹੀਂ ਲੈ ਕੇ ਆਉਂਦੇ, ਅਨੁਸ਼ਾਸਨ 'ਚ ਨਹੀਂ ਲੈ ਕੇ ਆਉਂਦੇ, ਉਦੋਂ ਤੱਕ ਕਾਨੂੰਨ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਕਿਉਂਕਿ ਇੱਕ ਸਿੰਪਲ ਜਿਹੀ ਗੱਲ ਹੈ, ਬਾਟਮ ਲਾਈਨ ਇਜ਼ ਲਾਅ ਕੈਨ ਨਾਟ ਚੇਂਜ ਹਿਊਮਨ ਨੇਚਰ। ਇੱਕ ਬਾਟਮ ਲਾਈਨ ਆ, ਹਿਊਮਨ ਨੇਚਰ ਨੂੰ ਚੇਂਜ ਕਰਨ ਵਾਸਤੇ ਕੁਝ ਨਾ ਕੁਝ ਅਜਿਹੀਆਂ ਗੱਲਾਂ ਕਰਨੀਆਂ ਪੈਣਗੀਆਂ ਜਿਹੜੀਆਂ ਵਾਕਈ ਸਾਨੂੰ ਸੈਲਫ ਡਿਸਪਲਿਨ, ਸੈਲਫ ਕੰਟਰੋਲ ਸਿਖਾਉਂਦੀਆਂ ਨੇ। ਵਾਕਈ ਜਿਹੜੀ ਗੱਲ ਸਹੀ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਇਲੈਕਸ਼ਨਸ ਦੇ ਵਿੱਚ ਜੋ ਕੁਝ ਹੁੰਦਾ ਅਸੀਂ ਸਾਰੇ ਜਾਣਦੇ ਹਾਂ, ਲੜਾਈਆਂ ਝਗੜੇ ਵੀ ਹੁੰਦੇ ਨੇ, ਨਸ਼ਾ ਵੀ ਚੱਲਦਾ ਹੈ, ਜਿੱਦਾਂ ਅਸੀਂ ਗੱਲ ਕੀਤੀ ਨਸ਼ਿਆਂ ਦੀ, ਪੈਸਾ ਵੀ ਚੱਲਦਾ ਹੈ, ਹਾਰਸ ਟ੍ਰੇਡਿੰਗ ਵੀ ਹੁੰਦੀ, ਸਭ ਕੁਝ ਹੁੰਦੀ ਹੈ। ਸੋ ਉਹਦੇ ਜ਼ਖਮ ਕਈ ਵਾਰ ਇੰਨੇ ਜ਼ਿਆਦਾ ਗਹਿਰੇ ਹੋ ਜਾਂਦੇ ਨੇ ਕਿ ਬਹੁਤ ਸਮੇਂ ਤੱਕ ਉਹਦਾ ਅਸਰ ਰਹਿੰਦਾ ਹੈ। ਤਾਂ ਤਲਵਾਰਬਾਜ਼ੀ ਹੋਈ, ਯਾਨੀ ਕਿ ਤਲਵਾਰਾਂ ਨਾਲ ਹਮਲਾ ਵੀ ਹੋਇਆ। ਪ੍ਰਮੋਟਰਸ ਲੈ ਕੇ ਆ ਗਏ ਸੀ ਸਿਮਰਨਜੀਤ ਸਿੰਘ ਬੈਂਸ ਸਾਹਿਬ ਦੇ, ਜਦੋਂ ਇਲੈਕਸ਼ਨਸ ਦੇ ਵਿੱਚ ਉਹਨਾਂ ਦੀ ਕੁਝ ਕਹਾ ਸੁਣੀ ਹੋ ਗਈ, ਕੁਝ ਬਹਿਸਬਾਜ਼ੀ ਹੋ ਗਈ, ਗਰਮਾ ਗਰਮੀ ਹੋ ਗਏ ਕਮਲਜੀਤ ਕੜਵਲ ਦੇ ਨਾਲ। ਤੇ ਹੁਣ ਉਹ ਪੇਸ਼ੀ ਹੈ, ਕਿਉਂਕਿ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਉਹਨਾਂ ਨੇ ਕੇਸ ਕੀਤਾ ਹੋਇਆ ਔਰ ਉਸ ਦੀ ਅੱਜ ਪੇਸ਼ੀ ਭੁਗਤੀ ਹੈ। ਅੱਜ ਮੈਂ ਨਾ ਸੰਜੀਵ ਜੀ ਗੱਲ ਕਰਦਾ ਸੀਗਾ, ਤੇ ਹੁਣ ਜਰਨਲਿਸਟ ਹੁੰਨੇ ਸਾਰੇ ਬੈਠਦੇ ਆ, ਤੇ ਉਹ ਨਾਲ ਦਾ ਜਰਨਲਿਸਟ ਕਹਿੰਦਾ ਵੀ ਜਦੋਂ ਦਾ ਇਲੈਕਸ਼ਨ ਹੋਇਆ ਸਿਮਰਨਜੀਤ ਸਿੰਘ ਬੈਂਸ ਹੋਣਾ ਦੀਆਂ ਮੁਸ਼ਕਲਾਂ ਵਧੀਆਂ ਜਾਂਦੀਆਂ, ਕਦੀ ਕੋਈ ਕੇਸ ਆ ਜਾਂਦਾ, ਕਦੀ ਕੋਈ ਕੇਸ ਆ ਜਾਂਦਾ। ਫਿਰ ਇੱਦਾਂ ਗੱਲ ਚੱਲ ਗਈ ਵੀ ਅੱਜ ਕਮਲਜੀਤ ਕੜਵਲ ਵਾਲੇ ਕੇਸ ਦੀ ਵੀ ਸੁਣਵਾਈ ਆ, ਉਹਨਾਂ ਦੀ ਪੇਸ਼ੀ ਅੱਜ। ਤੇ ਦੇਖੋ ਗੱਲ ਇਹ ਸੀਗੀ ਕਿ ਤੁਸੀਂ ਜਦੋਂ ਵੇਖਿਆ ਹੋਣਾ, ਇੱਕ ਇਲੈਕਸ਼ਨ ਦੇ ਕੋਲ ਨਾ 3-4 ਵਾਰੀ ਝਪਟਾਂ ਹੋ ਗਈਆਂ ਸੀਗੀਆਂ ਔਰ ਬੜੀਆਂ ਖੂਨੀ ਝਪਟਾਂ ਹੋਈਆਂ। ਕਮਲਜੀਤ ਕੜਵਲ ਹੁਣੀ ਕਾਂਗਰਸ ਦੇ ਆ, ਤੇ ਇਹ ਤੁਹਾਨੂੰ ਪਤਾ ਹੀ ਇਹਨਾਂ ਦੀ ਪਾਰਟੀ ਜਿਹੜੀ ਹੈ ਆਪਾਂ ਕਹਿੰਦੇ ਲੋਕ ਇਨਸਾਫ ਪਾਰਟੀ ਹੈ ਨਾ ਜੀ। ਤੇ ਉਹ ਸਿਮਰਜੀਤ ਬੈਂਸ ਜਿਹੜੇ ਨੇ, ਉਹ ਇਹ ਪਹਿਲਾਂ ਤੁਹਾਨੂੰ ਮੈਂ ਹੈਰਾਨੀ ਵਾਲੀ ਗੱਲ ਦੱਸ ਦੇਵਾਂ ਵੀ ਰਾਜਨੀਤੀ ਦੇਖ ਲਓ ਕਿੰਨੀ ਆਪਣੇ ਆਪ ਦੇ ਵਿੱਚ ਉਹ ਕਹਿ ਸਕਦੇ ਹਾਂ ਵੀ ਕਿੰਨੀ ਹੋ ਜਾਂਦੀ ਖਤਰਨਾਕ ਚੀਜ਼ ਹੋ ਜਾਂਦੀ ਆ। 30 ਸਾਲ ਇਹਨਾਂ ਦੀ ਦੋਸਤੀ ਰਹੀ ਆ, ਉਹ ਮਿਸਾਲੇਦਾਰ ਦੋਸਤੀ ਰਹੀ ਆ, ਮਿਸਾਲ ਦਿੰਦੇ ਸੀ ਲੋਕ ਇਹਨਾਂ ਦੀ ਦੋਸਤੀ ਦੀ। ਕਲਾਸਮੇਟ ਰਹੇ ਨੇ, ਇਕੱਠੇ ਪੜ੍ਹੇ ਨੇ, ਤੇ ਇਹਨਾਂ ਦੀ ਜਿਹੜੀ ਕਹੀ ਸੁਣੀ ਹੋਈ ਆ ਇਹ ਪਬਲਿਸਿਟੀ ਤੋਂ ਹੋਈ, ਬੈਨਰਾਂ ਤੋਂ ਹੋਈ ਆ ਜੀ। ਉਹ ਕਹਿੰਦੇ ਜੀ ਸਾਡੇ ਬੈਨਰ ਲਾ ਦਿੱਤੇ, ਕਮਲਜੀਤ ਕੜਵਲ ਹੋਣਾ ਦਾ ਇੰਜਾਮ ਸੀਗਾ ਵੀ ਸਾਡੇ ਬੈਨਰ ਲਾ ਦਿੱਤੇ, ਉਹ ਕਹਿੰਦੇ ਜੀ ਨਹੀਂ ਸਾਡੇ ਬੈਨਰ ਲਾ ਦਿੱਤੇ। ਹੁਣ ਇਹ ਚੀਜ਼ ਦੇਖ ਲਓ ਤੁਸੀਂ ਵੀ ਇਹ ਰਾਜਨੀਤੀ ਦੀ ਸ਼ੈ ਇੱਦਾਂ ਦੀ ਵੀ 30 ਸਾਲ ਦੀ ਯਾਰੀ ਦੋਸਤੀ ਨਹੀਂ ਤੁਹਾਡੀ ਰਹੀ। ਤੁਸੀਂ ਇੱਕ ਦੂਸਰੇ ਦੇ ਓਪੋਨੈਂਟ ਹੋ, ਵਧੀਆ ਓਪੋਨੈਂਟ ਰਹੋ, ਚੰਗੇ ਤਰੀਕੇ ਨਾਲ ਕੰਮ ਕਰਦੇ ਰਹੋ, ਪਰ ਰਾਜਨੀਤੀ ਜਾਂ ਕਹਿ ਲਓ ਕਿ ਸੱਤਾ ਦੀ ਚਾਹ ਜਿਹੜੀ ਹੈ ਨਾ ਉਹ ਬਹੁਤ ਕੁਝ ਲੈ ਜਾਂਦੀ ਹੈ। ਹੁਣ ਸਿਮਰਨਜੀਤ ਬੈਂਸ ਹੋਣਾ ਦੇ ਨਾਲ ਤੇ ਕਮਲਜੀਤ ਕੜਵਲ ਦੇ ਵਿਚਾਲੇ ਵੀ ਇਹੀ ਕੁਝ ਹੋਇਆ। ਔਰ ਮੈਂ ਤੁਹਾਨੂੰ ਦੱਸਦਾ ਕਿ ਇਲੈਕਸ਼ਨ ਤੋਂ ਪਹਿਲਾਂ 2-3 ਵਾਰ ਹੋ ਗਿਆ ਸੀਗਾ, ਖਬਰ ਹੋਣੀ
ਭੱਜਿਆ ਹੀ ਜਾਣਾ ਲੁਧਿਆਣੇ ਵੀ ਕੀ ਹੋ ਗਿਆ ਉੱਥੇ ਨੰਗੀਆਂ ਤਲਵਾਰਾਂ ਲੈ ਕੇ ਦੋਨਾਂ ਦੇ, ਇਕੱਲਾ ਇਹ ਨਹੀਂ ਸਿਮਰਜੀਤ ਸਿੰਘ ਬੈਂਸ ਹੋਣੀ, ਦੋਨੋਂ ਪਾਸੇ ਨੰਗੀਆਂ ਤਲਵਾਰਾਂ ਲੈ ਕੇ ਤੁਰੇ ਫਿਰਨਾ ਲੋਕਾਂ ਦੇ ਮਹੱਲਿਆਂ ਦੇ ਵਿੱਚ ਦੀ। ਕਿਉਂਕਿ ਮੈਨੂੰ ਯਾਦ ਹੈ ਕਿ ਉਹ ਜਿਹੜਾ ਰੋਡ ਜਾਂਦਾ ਗਿੱਲ ਰੋਡ ਜਿਹਨੂੰ ਅਸੀਂ ਕਹਿੰਦੇ ਆ, ਉੱਥੇ ਵੀ ਇਹਨਾਂ ਦੇ ਸਪੋਰਟਰ ਖੜੇ ਹੁੰਦੇ ਸੀਗੇ, ਉੱਪਰ ਕਿਤੇ ਬੈਨਰ ਲੱਗੇ ਸੀ ਦੁਕਾਨਾਂ ਦੇ ਉੱਤੇ, ਉਹ ਕਮਲਜੀਤ ਕੜਵਲ ਦੇ ਪਾੜੇ ਹੋਏ ਸੀਗੇ ਤੇ ਇਹ ਕਹਿੰਦੇ ਜੀ ਸਾਡੀਆਂ ਦੁਕਾਨਾਂ ਆ, ਸਾਡੇ ਸਪੋਰਟਰਾਂ ਦੀਆਂ ਦੁਕਾਨਾਂ ਆ, ਉਹ ਤੁਸੀਂ ਨਹੀਂ ਲਾ ਸਕਦੇ। ਬਸ ਮੈਂ ਉਹੀ ਦੇਖਦਾ ਸੀ ਵੀ ਅਸੀਂ ਉਹ 30 ਸਾਲ ਦੀ ਯਾਰੀ ਦੋਸਤੀ ਛਿੱਕੇ ਟੰਗ ਦਿੱਤੀ ਇੱਕ ਛੋਟੇ ਜਿਹੇ, ਤੁਸੀਂ ਵਧੀਆ ਤਰੀਕੇ ਦੇ ਨਾਲ ਮੇ ਦਾ ਬੈਸਟ ਮੈਨ ਵਿਨ, ਅੱਗੇ ਵੀ ਤਾਂ ਤੁਸੀਂ ਜਿੱਤਦੇ ਆਉਣਾ ਹੀ ਆ, ਤੁਸੀਂ ਆਪਣੀ ਕਨਸਟੀਟਿਊਂਸੀ ਤੋਂ, ਤੁਸੀਂ ਆਪਣੀ ਕਨਸਟੀਟਿਊਂਸੀ ਤੋਂ। ਗੱਲ ਇਹ ਹੈ ਕਿ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਜਿਹੜਾ ਸ਼ਰੀਫ ਆਦਮੀ ਹੈ, ਭਲਾ ਮਾਨਸ ਹੈ, ਉਹਦੇ ਵਾਸਤੇ ਸ਼ਾਇਦ ਕੁਝ ਵੀ ਨਹੀਂ, ਜ਼ਮਾਨਾ ਹੀ ਨਹੀਂ ਹੈ ਉਹਦਾ। ਆ ਤਲਵਾਰਾਂ ਲੈ ਕੇ ਇੱਕ ਦੂਜੇ ਨਾਲ ਲੜਨਾ, ਇਹ ਮਤਲਬ ਕੋਈ ਆਪਾਂ ਇਹ ਕਹਿ ਸਕਦੇ ਹਾਂ ਕਿ ਬੜੇ ਜ਼ਬਰਦਸਤ ਜਿਹੜੇ ਕਿਸੇ ਕਾਨੂੰਨ ਨੂੰ ਨਹੀਂ ਮੰਨਦੇ, ਲਾਅ ਐਂਡ ਆਰਡਰ ਨੂੰ ਨਹੀਂ ਮੰਨਦੇ, ਮੈਂ ਆਪ ਹੀ ਆਪਣਾ ਕਾਨੂੰਨ ਆ, ਮੈਂ ਆਪ ਹੀ ਆਪਣਾ ਫੈਸਲਾ ਕਰਦਾ, ਮੈਂ ਬੇਤਾਜ ਬਾਦਸ਼ਾਹ ਹਾਂ, ਇਹ ਇੱਦਾਂ ਦੀ ਸੋਚ ਦੇ ਲੋਕ ਨੇ ਜਿਹੜੇ ਨੰਗੀਆਂ ਤਲਵਾਰਾਂ ਲੈ ਕੇ ਤੁਸੀਂ ਸੜਕਾਂ 'ਤੇ ਤੁਰੇ ਫਿਰਦੇ ਹੋ ਔਰ ਆਪਸ 'ਚ ਤੁਸੀਂ ਲੜਦੇ ਹੋ, ਝਗੜਦੇ ਹੋ, ਤਲਵਾਰਬਾਜ਼ੀ ਕਰਦੇ ਹੋ। ਸੋ ਦੇਖੋ, ਤੁਸੀਂ ਸਭ ਕੁਝ ਦੇਖੋ ਕਿ ਇੱਕ ਆਮ ਨਾਗਰਿਕ, ਇੱਕ ਭਲਾ ਮਾਨਸ ਰਾਜਨੀਤੀ ਦੇ ਵਿੱਚ ਆ ਸਕਦਾ? ਨਹੀਂ ਆ ਸਕਦਾ। ਅੱਛਾ, ਇੰਡੀਆ ਦੀ ਰਾਜਨੀਤੀ ਦਾ ਸਿਸਟਮ ਇੱਦਾਂ ਦਾ ਨਾ, ਤੁਸੀਂ ਵੈਸੇ ਤਾਂ ਚਲੋ ਕਿਸੇ ਵੀ ਮੁਲਕ ਦੀ ਰਾਜਨੀਤੀ ਦਾ ਸਿਸਟਮ ਅੱਜ ਕੱਲ੍ਹ ਸੇਮ ਜਿਹਾ ਹੋ ਗਿਆ, ਇਕੱਲਾ ਇੰਡੀਆ ਜਾਂ ਪੰਜਾਬ ਦੀ ਰਾਜਨੀਤੀ ਦੀ ਗੱਲ ਮੈਂ ਨਹੀਂ ਕਰੂੰਗਾ ਪਰਟੀਕੂਲਰਲੀ, ਪਰ ਸਾਡੇ ਇੱਥੇ ਕੁਝ ਜ਼ਿਆਦਾ ਆ। ਸਾਡੇ ਨਾ ਪੰਜਾਬ ਦੇ ਵਿੱਚ ਤਾਂ ਚਲੋ ਆਪਾਂ ਕਹਿ ਲਈਏ ਨਾ, ਇਹ ਰਾਜਨੀਤੀ ਜਿਹੜੀ ਆ ਉਹ ਸਿਰਫ ਅਮੀਰ ਜਾਂ ਰਸੂਖਦਾਰਾਂ ਨੂੰ ਹੀ ਸੌਂਦੀ ਆ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜੇ ਕੋਈ ਇੱਥੇ ਇੱਦਾਂ ਹੁੰਦਾ ਵੀ ਇੱਕ ਲੀਡਰ ਦੇ ਨਾਲ ਨਾ ਕਲਚਰ ਜਿਹਾ ਬਣਿਆ ਹੋਇਆ, ਇੱਕ ਲੀਡਰ ਦੇ ਨਾਲ ਨਾ 7-7 8-8 ਜਣੇ ਜਿਹੜੇ ਉੱਦਾਂ ਹੀ ਤੁਰੇ ਫਿਰਦੇ ਹੁੰਦੇ ਆ, ਤੇ ਨਾਲ ਉਹਨਾਂ ਦੇ ਫਿਰ ਜਿਹੜਾ ਅਸਲੀ ਤਾਣਾ ਮੈਣਾ ਉਹਨਾਂ ਦਾ ਰੀਡਰ, ਉਹਨਾਂ ਦਾ ਅੱਜ ਕੱਲ੍ਹ ਪਬਲਿਸਿਟੀ ਵਾਲੇ ਵੀ ਰੱਖਦੇ 2-3 ਉਹ ਨਾਲ, ਤੇ ਫਿਰ ਜਿਹੜੀ ਸਿਕਿਉਰਿਟੀ ਮਿਲੀ ਹੁੰਦੀ ਹੈ ਉਹਨਾਂ ਨੂੰ ਜਿਹੜੀ ਨਾ ਸ਼੍ਰੇਣੀ ਦੀ, ਉਹ ਵੀ 7-8 ਜਣੇ ਤੋਂ ਉਹ ਹੁੰਦੇ ਆ। ਮਤਲਬ ਤੁਸੀਂ ਦੇਖੋ, ਉਹ ਲੀਡਰ ਜਿਹੜਾ ਆਉਂਦਾ ਆ, ਉਹ ਜਦੋਂ ਤੁਹਾਡੇ ਕਿਸੇ ਪ੍ਰੋਗਰਾਮ ਜਾਂ ਫੰਕਸ਼ਨ ਦੇ ਉੱਤੇ ਆਉਂਦਾ ਤਾਂ ਉਹਦੇ ਕੋਲੇ 10-15 ਗੱਡੀਆਂ ਤੋਂ ਉਹਦੀਆਂ ਆਮ ਆਉਂਦੀਆਂ ਜੀ, ਸਪੋਰਟਰਾਂ ਦੀਆਂ ਗੱਡੀਆਂ ਵੀ ਹੁੰਦੀਆਂ। ਹੁਣ ਇੱਥੇ ਇੱਦਾਂ ਆ, ਜੇ ਉਹ ਤੁਹਾਡਾ ਸਪੋਰਟਰ ਆ, ਉਹ ਜੇ ਤੁਹਾਡੇ ਨਾਲ ਸਵੇਰ ਨੂੰ ਗੱਡੀ 'ਚ ਬਹਿ ਗਏ ਆ, ਤਾਂ ਉਹ ਸਾਰਾ ਖਾਣ ਪਾਣ ਲਾਣਾ ਦਾਣਾ ਤੁਹਾਡੇ ਤੋਂ ਹੀ ਜਾਣਾ। ਫਿਰ ਹੁਣ ਇੱਦਾਂ ਵੀ ਤੁਹਾਡੇ ਘਰੇ ਕੋਈ ਮਿਲਣ ਆ ਗਿਆ ਤਾਂ ਚਾਹ ਤੋਂ ਬਿਨਾਂ ਸੁੱਕਿਆ ਨਹੀਂ ਜਾਣਾ ਹੈਗਾ, ਉਹਨਾਂ ਨੂੰ ਪਤਾ ਲੀਡਰ ਦੇ ਘਰੇ ਚੱਲੇ ਤਾਂ ਚਾਹ ਪਾਣੀ ਉੱਥੋਂ ਹੀ ਚੱਲਣਾ। ਇੱਥੇ ਆਮ ਲੀਡਰ ਨਹੀਂ ਬਣ ਸਕਦਾ ਕੋਈ। ਹੁਣ ਜਿਹੜਾ ਲੀਡਰ ਆਮ ਬਣ ਜਾਵੇ, ਜਿੱਦਾਂ ਹੁਣ ਮੈਂ ਕਹਿੰਦਾ ਵੀ ਕੋਈ ਆਮ ਘਰਾਂ ਦੇ ਮੁੰਡੇ ਸਾਡੇ ਨਿਕਲ ਕੇ ਲੀਡਰ ਬਣ ਜਾਣ, ਪਹਿਲੀ ਗੱਲ ਤੇ ਉਹ ਕਹਿੰਦੇ ਹੁੰਦੇ ਯਾਰ ਸਾਡੇ ਕੋਲ ਸਿਕਿਉਰਿਟੀ ਗਾਰਡਾਂ ਦਾ ਖਰਚਾ ਨਹੀਂ ਚੁੱਕ ਹੁੰਦਾ, ਇਹਨਾਂ ਨੂੰ ਸ਼ਾਮ ਨੂੰ ਇਹਨਾਂ ਦਾ ਮੂੰਹ ਵੀ ਹਰਾ ਕਰਾਉਣਾ ਪੈਂਦਾ, ਇਹਨਾਂ ਨੂੰ ਮੈਂ ਜਿੱਥੇ ਰਹਿੰਦਾ ਮੇਰੇ ਕੋਲ ਆਪ 2 ਕਮਰਿਆਂ ਦਾ ਘਰ ਵਾ ਤੇ ਇਹਨਾਂ ਨੂੰ ਮੈਂ ਕਿੱਥੇ ਰੱਖ ਲਵਾਂ। ਹੁਣ ਇਹ ਚੀਜ਼ਾਂ ਆ। ਹੁਣ ਇੱਥੇ ਦੱਸੋ ਤੁਸੀਂ ਵੀ ਉਹ ਆਮ ਬੰਦਾ ਕਿੱਦਾਂ ਸਰਵਾਈਵ ਕਰ ਲੇ, ਕਿਉਂਕਿ ਕਲਚਰ ਬਹੁਤ VVIPs ਆ। ਇੱਕ ਚੀਜ਼ ਹੋਰ ਆਪਾਂ ਡਿਸਕਸ ਕਰਕੇ 2 ਮਿੰਟ ਦੀ ਫਿਰ ਅੱਗੇ ਤੁਰਦੇ ਹਾਂ। ਪੋਲਿਟਿਕਸ ਦਾ ਤੇ ਇਕੋਨਮੀ ਦਾ ਆਪਸ 'ਚ ਬੜਾ ਗਹਿਰਾ ਰਿਸ਼ਤਾ, ਬਲਕਿ ਰਿਸ਼ਤਾ ਇਹ ਦੋਵਾਂ ਦਾ ਹੈ, ਪੋਲੀਟੀਕਲ ਇਕੋਨਮੀ ਵੀ ਕਹਿੰਦੇ ਆ। ਨਹੀਂ ਤੁਸੀਂ ਮਤਲਬ ਮੈਂ ਇਹ ਕਹਿੰਦਾ ਹੁੰਦਾ ਵੀ ਰਿਸ਼ਤਾ ਹੀ ਸਿਰਫ ਜਿਹੜਾ ਇਕੋਨਮੀ ਦਾ ਹੁੰਦਾ ਆ, ਇੱਥੇ ਕੋਈ ਹੋਰ ਕਲਾਸ ਨਹੀਂ ਹੁੰਦੀ। ਇੱਕ ਕਲਾਸ ਹੁੰਦੀ ਪੈਸੇ ਵਾਲੀ ਤੇ ਇੱਕ ਦੂਸਰੀ ਕਲਾਸ, ਉੱਤੋਂ ਹੀ ਸਾਰੇ ਨੇਤੇ ਨਿਕਲਦੇ ਆ, ਬਿਜ਼ਨਸਮੈਨ ਨਿਕਲਦੇ ਆ, ਬਾਕੀ ਸਾਰੇ ਦੂਸਰੇ ਹੁੰਦੇ ਆ। ਮੈਂ ਇੱਕ ਗੱਲ ਦੱਸੋ, ਕਈ ਵਾਰ ਲੋਕਾਂ ਨੂੰ ਬੜੀ ਇਸ ਚੀਜ਼ ਦੀ ਤਾਂਘ ਰਹਿੰਦੀ ਹੈ, ਬੜੀ ਵੇਟ ਰਹਿੰਦੀ ਆ, ਬਜਟ ਆਉਣ ਵਾਲਾ। ਆਪਾਂ ਇੱਕ ਸਿੱਧੀ ਸਾਦੀ ਗੱਲ ਕਰਦੇ ਹਾਂ, ਆਮ ਲੋਕਾਂ ਦੀ ਆਪਾਂ ਗੱਲ ਕਰਦੇ ਪਏ ਹਾਂ। ਬਜਟ ਦੇ ਵਿੱਚ ਆਮ ਲੋਕਾਂ ਵਾਸਤੇ ਤੁਹਾਨੂੰ ਲੱਗਦਾ ਕੁਝ ਹੁੰਦਾ? ਦੇਖੋ, ਆਮ ਲੋਕਾਂ ਲਈ ਨਾ ਹੁੰਦਾ ਆ, ਕਹਿੰਦਾ ਨਹੀਂ ਵੀ ਝੋਲਾ ਉਹੀ ਤੇ ਨਾਮ ਸਾਲ ਬਦਲ ਜਾਂਦਾ ਆ, ਮਤਲਬ ਉਹ ਚੀਜ਼ ਜਿਹਾ ਹੁੰਦਾ ਵੀ ਬਜਟ ਆ ਗਿਆ ਵੀ ਚਲੋ ਦੇਖ ਲੈਂਦੇ ਕੀ ਨਵਾਂ ਆ ਗਿਆ। ਪਰ ਚਲੋ ਥੋੜੀ ਕਈ ਵਾਰ ਇਹ ਹੁੰਦਾ ਨਾ ਵੀ ਜਿਹੜੀ ਵਰਕਿੰਗ ਕਲਾਸ ਆ ਉਹਨਾਂ ਨੂੰ ਥੋੜੇ ਜਿਹੇ ਰਹਿਤਾਂ ਹੁੰਦੀਆਂ, ਬਾਕੀ ਤੁਹਾਡੇ ਮੇਰੇ ਵਰਗੇ ਨੂੰ ਜਿਹੜਾ ਬਹੁਤ ਥੱਲੇ ਰਹਿ ਜਾਂਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਬਜਟ ਜਿਹੜੇ ਓਰੀਐਂਟਡ ਹੁੰਦੇ ਨੇ। ਹੁਣ ਜਿੱਦਾਂ ਨਵੀਂ ਸਰਕਾਰ ਬਣੀ ਆ, ਨਵੀਂ ਸਰਕਾਰ ਦਾ ਮੈਂ ਉਹੀ ਦੱਸਣ ਡਿਆ ਸੀ ਵੀ ਦੇਖੋ ਨਵੀਂ ਸਰਕਾਰ ਦੇ ਕਿੰਨੇ ਖਰਚੇ ਆ। ਇੱਕ ਮੰਤਰੀ ਜਿਹੜਾ ਆਪਾਂ ਕਹਿੰਦੇ ਨਾਰਮਲ MLA ਆ, ਉਹਦੇ ਇੰਨੇ ਖਰਚੇ ਆ। ਜਦ ਕੋਈ 15-16 ਗੱਡੀਆਂ ਚਾਹੀਦੀਆਂ, ਹਰ ਵਕਤ ਘਰ 'ਚ ਚਾਹ ਬਣੀ ਚਾਹੀਦੀ। ਅੱਜ ਕੱਲ੍ਹ ਤੁਸੀਂ ਦੇਖ ਲਓ ਖੰਡ ਕਿੰਨੀ ਮਹਿੰਗੀ ਹੋ ਗਈ ਆ, ਫਿਰ ਪ੍ਰਾਹੁਣਾ ਪੱਛਾ ਆ ਗਿਆ ਤੇ ਮਤਲਬ ਤੁਰੇ ਹੀ ਰਹਿੰਦੇ ਆ, ਕੋਈ ਨਾ ਕੋਈ ਚਾਹ ਪਕੌੜੇ ਵੀ ਤਾਂ ਚੱਲਣੇ ਹੀ ਆ ਉੱਥੇ। ਫਿਰ ਤੁਸੀਂ ਕੁੜਤੇ ਪਜਾਮੇ ਆ, ਤੁਹਾਨੂੰ ਯਾਦ ਹੋਗਾ ਬੜੀਆਂ ਕਾਲਾਂ ਵਾਇਰਲ ਹੁੰਦੀਆਂ ਸੀ ਰਾਜਾ ਵੜਿੰਗ ਦੀਆਂ ਵੀ ਤੁਸੀਂ ਕਹਿੰਦਾ ਜੀ 15-16 ਹਜ਼ਾਰ ਤੇ ਇਹਨਾਂ ਤੇ ਇਕੱਲੀ ਸਵਾਈ ਦਾ ਹੀ ਬਣਦਾ ਆ। ਤੇ ਮਤਲਬ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਦੇ ਇੰਨੇ ਖਰਚੇ ਆ। ਫਿਰ ਹੁਣ ਇਹ ਖਰਚੇ ਚਿੱਟੀ ਕਮਾਈ ਨਾਲ ਤਾਂ ਨਹੀਂ ਪੂਰੇ ਹੁੰਦੇ। ਮਤਲਬ ਇਹ ਹੈ ਕਿ ਆਮ ਲੋਕਾਂ ਵਾਸਤੇ ਬਜਟ ਦੇ ਵਾਸਤੇ ਉਹਨਾਂ ਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਆਮ ਲੋਕਾਂ ਵਾਸਤੇ ਬਜਟ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਸਿਵਾਏ ਭਰੋਸੇ ਦੇਣ ਦੇ, ਸਿਵਾਏ ਵਾਅਦੇ ਕਰਨ ਦੇ, ਦਿਲਾਸਿਆਂ ਦੇ, ਹੈ ਨਾ। ਔਰ ਦਿਲਾਸੇ ਦਿੱਤੇ ਜਾਂਦੇ ਨੇ ਔਰ ਉਹ ਯੋਜਨਾਵਾਂ ਕਦੀ ਵੀ ਪੂਰੀਆਂ ਨਹੀਂ ਹੁੰਦੀਆਂ। ਯੋਜਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਪੂਰਾ ਗਲਬਾ ਹੈ, ਪੂਰਾ ਕੰਟਰੋਲ ਹੈ, ਸਰਕਾਰ ਦੇ ਨਾਲ ਤਾਲਮੇਲ ਹੈ ਜੀ।
ਜਿਹੜੇ ਆਪਾਂ ਕਹਿੰਦੇ ਆ ਕਿ ਬਿਜ਼ਨਸਮੈਨ ਨੇ ਵੱਡੇ ਵੱਡੇ ਜਾਂ ਵੱਡੇ ਵੱਡੇ ਆਫੀਸਰਸ ਨੇ ਜਿਹੜੇ ਇਹਨਾਂ ਨੂੰ ਸਰਕਾਰ ਬਣਾਉਣ ਦੇ ਵਿੱਚ ਮਦਦ ਕਰਦੇ ਨੇ। ਅੱਛਾ ਸੰਜੀਵ ਜੀ, ਤੁਹਾਨੂੰ ਯਾਦ ਹੋਊਗਾ ਵੀ ਨਿਰਮਲਾ ਸੀਤਾਰਮਨ ਤੇ ਅਨੁਰਾਗ ਠਾਕਰ ਜੀ ਵਿਸ਼ੇਸ਼ ਪੈਕੇਜ ਆਇਆ ਸੀ ਜੀ 19 ਲੱਖ ਕਰੋੜ ਦਾ ਨਾ, ਇਦਾਂ ਦਾ ਕੁਝ ਸੀਗਾ, ਮੈਨੂੰ ਯਾਦ ਨਹੀਂ ਕਿ 19,000 ਕਰੋੜ ਸੀਗਾ ਤੇ 19 ਲੱਖ ਕਰੋੜ ਸੀਗਾ, ਵਿਸ਼ੇਸ਼ ਪੈਕੇਜ ਸੀਗਾ। ਉਹ ਪੈਕੇਜ ਨੂੰ ਸਮਝਾਉਣ ਲਈ ਮਤਲਬ ਆਮ ਲੋਕਾਂ ਲਈ ਸੀ ਜੀ ਵੀ ਰਿਕਵਰੀ ਪੈਕੇਜ ਹੈ। ਹੁਣ ਤੁਸੀਂ ਨਿਊਜ਼ੀਲੈਂਡ ਦਾ ਪੈਕੇਜ ਦੇਖ ਲੈਂਦੇ, ਆਸਟ੍ਰੇਲੀਆ ਦਾ ਜਿਹੜਾ ਉਹਨਾਂ ਨੇ ਕਰੋਨਾ ਪੈਕੇਜ ਦਿੱਤਾ, ਜਾਂ USA ਦਾ ਪੈਕੇਜ ਦੇਖ ਲੈਂਦੇ, ਜਾਂ ਕੈਨੇਡਾ ਦਾ ਪੈਕੇਜ ਦੇਖਦੇ, ਰਿਕਵਰੀ ਪੈਕੇਜ ਹਰ ਸਟੇਟ ਨੇ ਦਿੱਤਾ ਸੀ। ਉਹ ਇੱਥੇ ਵਾਲਿਆਂ ਨੂੰ 2 ਦਿਨ ਆਪ ਨੂੰ ਸਮਝਾਉਣ ਨੂੰ ਲੱਗ ਗਏ ਲੋਕਾਂ ਨੂੰ ਵੀ ਆ ਇੱਥੇ ਖਰਚ ਹੋਣਾ, ਇੰਨੀ ਸਲੈਬ ਆਹ ਕਿਹੜਾ ਪੈਕੇਜ ਜਿਹੜਾ ਤੁਹਾਨੂੰ 2 ਦਿਨ ਸਮਝਣ ਨੂੰ ਲੱਗੇ। ਔਰ ਇੱਦਾਂ ਲੱਗਦਾ ਸੀ ਕਿ ਆਪ ਨੂੰ ਵੀ ਇਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਖਰਚਣੇ ਆ। ਹੁਣ ਆਮ ਲੋਕਾਂ ਨੂੰ ਤਾਂ ਕਹਿੰਦੇ ਜੀ ਅਸੀਂ ਤੁਹਾਨੂੰ ਕਰੋਨਾ ਤੋਂ ਡਰਦੇ ਹਾਂ 19,000 ਕਰੋੜ ਰੁਪਇਆ ਦੇ ਦਿੱਤਾ ਨਾ। ਮੇਰੇ ਘਰੇ ਤਾਂ ਮੈਨੂੰ ਲੱਗਦਾ ਉਹ ਕਰੋਨਾ ਤੋਂ ਬਾਅਦ ਜਿਹੜੇ ਸਾਡੇ ਨੁਕਸਾਨ ਹੋਏ ਉਹ ਹੋਏ ਹੀ ਹੋਏ ਆ। ਫਿਰ ਮੈਂ ਲੋਕਾਂ ਦੇ ਸੁਣਦਾ ਸੀ ਜੀ ਉਹਨਾਂ ਦੇ ਵੀ ਹੋਏ ਹੋਏ ਯਾਰ, ਕਿਸ ਨੂੰ ਫਾਇਦਾ ਦੇਤਾ ਇਹਨਾਂ ਨੇ। ਇਹ ਤੁਹਾਡੀ ਗੱਲ ਬਿਲਕੁਲ ਸਹੀ ਆ, ਇੱਕ ਕਲਾਸ ਮਿਤੀ ਹੋਈ ਆ, ਉਹਨੂੰ ਹੀ ਫਾਇਦਾ ਜਾਣਾ ਆ। ਕਹਿੰਦੇ ਹੁੰਦੇ ਨਾ ਵੀ ਅੰਨਾ ਵੱਡੇ ਰੋੜੀਆਂ ਤੇ ਮੁੜ ਆਪਣਿਆਂ ਨੂੰ। ਹੁਣ ਇੱਥੇ ਪੋਲੀਟੀਸ਼ੀਅਨਾਂ ਦੇ ਆਪਣੇ ਕੌਣ ਆ? ਉਦਯੋਗਪਤੀ। ਸੋ ਫਿਰ ਉਹ ਜਿਹੜੇ ਰੋੜੀਆਂ ਆ, ਗੋਲ ਗੱਪੇ ਆ ਜਾਂ ਰੇਵੜੀ ਕਲਚਰ, ਉਹ ਸਾਰਾ ਉਹਨਾਂ ਨੂੰ ਹੀ ਜਾਂਦਾ। ਬਿਲਕੁਲ ਠੀਕ ਹੈ, ਕਿਉਂਕਿ ਉਹ ਕਮਾਉਣਗੇ ਤਾਂ ਫਿਰ ਉਹ ਇਹਨਾਂ ਨੂੰ ਸਪਾਂਸਰ ਕਰਨਗੇ, ਇਹਨਾਂ ਦੀ ਇਲੈਕਸ਼ਨਸ ਨੂੰ ਸਪਾਂਸਰ ਕਰਨਗੇ, ਇਹਨਾਂ ਦੇ ਖਰਚੇ ਚੁੱਕਣਗੇ, ਡਿਜ਼ਾਈਨਰ ਸੂਟਸ ਆਉਣਗੇ, ਕੁੜਤੇ ਪਜਾਮੇ ਦੀ 15-16 ਹਜ਼ਾਰ ਦੀ ਤੁਸੀਂ ਕਹਿੰਦੇ ਹੋ ਸਵਾਈ ਹੈ, ਉਹ ਕਿੱਥੋਂ ਜਾਣੀ ਹੈ। ਸੋ ਸਾਰੀਆਂ ਪਾਲਿਸੀਆਂ ਉੱਦਾਂ ਦੀਆਂ ਬਣਨਗੀਆਂ ਜਿਹੜੀਆਂ ਇਹ ਵੱਡੇ ਵੱਡੇ ਕਾਰਪੋਰੇਟਸ ਨੂੰ ਜਾਂ ਬਿਜ਼ਨਸਮੈਨ ਨੂੰ ਫਾਇਦਾ ਹੋਏਗਾ। ਉਹ ਕਮਾਉਣਗੇ ਤੇ ਇਹਨਾਂ ਦੇ ਖਰਚੇ ਚੁੱਕਣਗੇ ਜੀ। ਤਾਂ ਫਿਰ ਆਮ ਲੋਕਾਂ ਵਾਸਤੇ ਤਾਂ ਕੁਝ ਨਾ ਹੋਇਆ, ਵਾਅਦੇ ਹੋ ਗਏ ਔਰ ਉਹਨਾਂ ਨੂੰ ਉਹ ਮਿੱਠੇ ਮਿੱਠੇ ਸੁਪਨੇ ਦਿਖਾਉਣੇ ਨੇ ਤਾਂ ਕਿ ਤੁਸੀਂ ਸਾਨੂੰ ਵੋਟਾਂ ਦੇ ਸਕੋ। ਠੀਕ ਹੈ ਨਾ, ਇਹ ਅਸੀਂ ਸਾਰੀ ਗੱਲ ਸਮਝਦੇ ਹਾਂ। ਬਸ ਅਸੀਂ ਆਪਣੇ ਪ੍ਰੋਫੈਸ਼ਨ 'ਚ ਇਹ ਦੇਖਣਾ ਹੁੰਦਾ ਕਿ ਉਹਨਾਂ ਨੂੰ ਜਿਤਾਉਣਾ ਹੁੰਦਾ ਕਿ ਭਾਜੀ ਤੁਸੀਂ ਇਹ ਗਲਤੀ ਕਰਦੇ ਪਏ ਹੋ, ਸਰ ਜੀ ਤੁਸੀਂ ਇੱਥੇ ਗਲਤੀ ਕਰਦੇ ਪਏ ਹੋ, ਇਹ ਜਨਤਾ ਦਾ ਸੋਚੋ, ਇੱਥੇ ਜਨਤਾ ਦਾ ਸੋਚੋ। ਅਸੀਂ ਇੰਨੀ ਗੱਲ ਕਰਨੀ ਹੁੰਦੀ ਆ ਔਰ ਇਹ ਦੱਸਣਾ ਹੁੰਦਾ ਐਨਾਲਾਈਸਿਸ ਕਰਕੇ ਕਿ ਕਿੱਥੇ ਕੌਣ ਬੰਦਾ ਕੀ ਕਰਦਾ ਪਿਆ, ਸੱਚਾਈ ਕੀ ਸਾਹਮਣੇ ਆਉਂਦੀ ਪਈ ਹੈ, ਐਨਾਲਿਸਿਸ ਕਰਕੇ ਅਸੀਂ ਇਹ ਦੱਸਣਾ ਹੁੰਦਾ। ਔਰ ਇਹਨਾਂ ਦੇ ਕੰਨ ਦੇ ਉੱਤੇ ਜੂੰ ਨਹੀਂ ਰੇਂਗਦੀ ਜੀ। ਉਹ ਕਹਿੰਦੇ ਨੇ ਕਿ ਠੀਕ ਹੈ ਲੋਕਾਂ ਦਾ ਕੰਮ ਹੈ ਬੋਲਣਾ, ਔਰ ਜੋ ਮੀਡੀਆ ਦਾ ਕੰਮ ਹੈ ਬੋਲਣਾ, ਅਸੀਂ ਤਾਂ ਉਹੀਓ ਕਰਨਾ ਜਿਹੜਾ ਸਾਨੂੰ ਸੂਟ ਕਰਨਾ ਸੂਟ ਕਰਦਾ। ਵਾਕਈ ਤੁਹਾਡੀ ਗੱਲ ਸੂਟ ਇਹਨਾਂ ਨੂੰ ਇਹ ਸੂਟ ਕਰਦਾ। ਹੁਣ ਇਹ ਤਲਵਾਰਬਾਜ਼ੀਆਂ ਔਰ ਇਹ ਨੈਚੁਰਲੀ ਬੰਦਾ ਵੈਸੇ ਡਰ ਜਾਂਦਾ, ਆਮ ਲੋਕ ਤਾਂ ਡਰਦੇ ਨੇ ਕਿ ਯਾਰ ਕੌਣ ਪੰਗਾ ਲਵੇ, ਕੌਣ ਇਹਨਾਂ ਨੂੰ ਕੁਝ ਕਵੇ, ਕੀ ਪਤਾ ਕਿੱਧਰ ਨੂੰ ਇਹ ਪੂਰੀ ਦੀ ਪੂਰੀ ਮੌਬ ਹੈ ਜੀ, ਪੂਰੀ ਦੀ ਪੂਰੀ ਭੀੜ ਹੈ, ਭੀੜ ਤੰਤਰ ਹੀ ਹੈ ਇੱਕ ਤਰ੍ਹਾਂ ਦਾ, ਤੰਤਰ ਹੀ ਹੈ ਵਾਕਈ ਨਾ, ਮੋਬੋਕ੍ਰੇਸੀ ਆ। ਪਤਾ ਨਹੀਂ ਕਿੱਧਰ ਨੂੰ ਤੁਰ ਪੈਣ ਤੇ ਇਹਦੇ ਤਾਂ ਸਾਡੀ ਤਾਂ ਕਿਸੇ ਦੇ ਸੁਣਵਾਈ ਵੀ ਨਹੀਂ ਕਰਨੀ ਕਿ ਸਾਡੇ ਉੱਤੇ ਜੋ ਭੈਣਾ ਬੀਤ ਗਿਆ, ਸਾਡੇ ਪਿੱਛੋਂ ਪਰਿਵਾਰ ਵਾਲੇ ਰੋਣਗੇ, ਸਾਡੀ ਕਿਸੇ ਨੇ ਸੁਣਨੀ ਵੀ ਨਹੀਂ। ਇਹ ਬੜਾ ਅਜੀਬ ਜਿਹਾ ਮਾਹੌਲ ਬਣਿਆ ਹੋਇਆ ਹੈ, ਚਾਹੇ ਪੋਲਿਟਿਕਸ ਦਾ ਲੈ ਲਓ ਚਾਹੇ ਇਕੋਨਮੀ ਦਾ ਲੈ ਲਓ, ਇਹ ਬੜਾ ਅਜੀਬ ਹੈ। ਬਟ ਇੱਕ ਚੀਜ਼ ਹੈ ਕਿ ਪੋਲਿਟਿਕਸ ਦੀ ਔਰ ਇਕੋਨੋਮਿਕਸ ਦੀ ਜਿਹੜੀ ਪਿਓਰ ਸਾਇੰਸ ਆ, ਇਸ ਦੋਵੇਂ ਸਾਇੰਸਿਸ ਨੂੰ, ਪੋਲਿਟਿਕਸ ਦੀ ਨੂੰ ਔਰ ਇਕਨੋਮਿਕਸ ਦੀ ਨੂੰ, ਇਹਨਾਂ ਨੇ ਕਰਪਟ ਕਰਕੇ ਰੱਖ ਦਿੱਤਾ ਜੀ, ਸਿਰਫ ਆਪਣੇ ਫਾਇਦੇ ਲਈ, ਆਪਣੇ ਨਿੱਜੀ ਹਿੱਤਾਂ ਦੇ ਲਈ। ਸੋ ਖੈਰਾ ਜੀ ਅੱਗੇ ਆਉਨੇ ਆ, ਸੁੰਦਰ ਸ਼ਾਮ ਅਰੋੜਾ ਜੀ, ਨਾਮ ਕਿੰਨਾ ਖੂਬਸੂਰਤ ਹੈ, ਨਾਮ ਹੀ ਸੁੰਦਰ ਹੈ, ਪਰ ਕੰਮ 50 ਲੱਖ ਵਾਲਾ ਹੈ। 50 ਲੱਖ ਦੇਣ ਚਲੇ ਗਏ, ਕਿਉਂ ਦੇਣ ਚਲੇ ਗਏ? ਕੋਈ ਨਾ ਕੋਈ ਤਾਂ ਗੜਬੜ ਸੀ ਨਾ, ਜੇ ਉਹਨਾਂ ਨੇ ਮੰਗੇ ਤੇ ਦੇਣ ਤੁਰ ਪਏ। ਹੁਣ ਇਹ 50 ਲੱਖ ਕਿੱਥੋਂ ਆਏ ਜਿਹੜੇ ਦੇਣ ਤੁਰ ਪਏ? ਇਹ ਕਈ ਸਵਾਲ ਪੈਦਾ ਹੁੰਦੇ ਨੇ। ਸੋ ਇਹ ਬੜਾ ਅਜੀਬ ਜਿਹਾ ਸੀਨ ਹੈ। ਹਾਲਾਂਕਿ ਜਿਹੜੀ ਆਪਾਂ ਗੱਲ ਹੁਣੇ ਡਿਸਕਸ ਕੀਤੀ ਹੈ ਉਹਦੇ ਵਿੱਚੋਂ ਹੀ ਤੁਸੀਂ ਕਹਿੰਦੇ ਹੋ ਨਾ, ਇਹ ਜਿਹੜੀ ਕਲਾਸ ਸਟਰਗਲ ਹੈਗੀ ਹੈ, ਦੁਨੀਆ ਦੇ ਵਿੱਚ ਕਲਾਸ ਸਟਰਗਲ ਹੀ ਐਗਜ਼ਿਸਟ ਕਰਦੀ ਜਿੱਥੋਂ ਨੇਤਾ ਪੈਦਾ ਹੁੰਦੇ ਨੇ। ਸੋ ਇਹ ਵੀ ਕਲਾਸ ਸਟਰਗਲ ਦੇ ਵਿੱਚੋਂ ਇਹ ਸਿਚੁਏਸ਼ਨ ਪੈਦਾ ਹੋਈ ਹੈ। ਅੱਛਾ, ਤੁਸੀਂ ਵੀ ਉਹ ਦੇਖੀ ਹੋਣੀ ਆ। ਮੈਂ ਨਾ ਕਿਸੇ ਦਾ ਸਟੇਟਸ ਪੜ੍ਹਦਾ ਸੀਗਾ ਤੇ ਉਹ ਥੱਲੇ ਸੁੰਦਰ ਸ਼ਾਮ ਅਰੋੜਾ ਹੋਣੀ ਜਿਹੜੀ ਤੁਹਾਨੂੰ ਪਤਾ ਵੀ ਰੋਣ ਲੱਗ ਪਏ, ਅੱਖਾਂ 'ਚੋਂ ਪਾਣੀ ਆ ਗਿਆ ਤੇ ਘਰ ਦੇ ਚੁੱਪ ਕਰਾਉਣ ਡੇ। ਕਿਸੇ ਨੇ ਬੜਾ ਸੋਹਣਾ ਲਿਖਿਆ, ਉਹ ਸਾਡਾ ਪੰਜਾਬੀਆਂ ਦਾ ਗਾਣਾ ਨਹੀਂ ਹੁੰਦਾ, ਹਾਏ ਮੈਂ ਮਰ ਗਈ ਰੋਂਦਾ ਤੇ ਕੁੱਕੂ ਨਾਣਾ ਰੋਂਦਾ, ਉਹ ਥੱਲੇ ਲਿਖਤਾ ਤੇ ਮੇਰਾ ਕਿੰਨਾ ਚਿਰ ਹਾਸਾ ਨਹੀਂ ਬੰਦ ਹੋਇਆ ਜੀ ਤੇ ਉਹ ਦੇਖ ਕੇ। ਹੁਣ ਕਿਸੇ ਨੇ ਇੱਕ ਨੇ ਹੋਰ ਸਟੇਟਸ ਪਾਇਆ। ਅੱਜ ਕੱਲ੍ਹ ਨਾ ਸਟੇਟਸ ਵਾਲੇ ਬਹੁਤ ਕਮਾਲ ਕਰਦੇ ਆ। ਹੁਣ ਜਿਹੜੇ ਸਾਡੇ ਦੋਸਤ ਮਿੱਤਰ ਰਿਟਾਇਰ ਹੋ ਜਾਂਦੇ ਆ, ਉਹ ਜਿਹੜੇ ਮਤਲਬ ਜਾਂ ਤਾਂ ਫਿਰ ਉਹ ਕੈਨੇਡਾ ਅਮਰੀਕਾ ਜਾ ਕੇ ਬਹਿ ਜਾਂਦੇ ਆ, ਉਹ ਇੱਦਾਂ ਦੀਆਂ ਚੀਜ਼ਾਂ ਤੇ ਬੜੇ ਚਸਕੇ ਲੈਂਦੇ ਆ। ਕਿਸੇ ਨੇ ਲਿਖਿਆ ਵੀ ਜਿਹੜਾ ਹੁਣ ਉਹ ਸੀਗੇ ਮਨਮੋਹਨ ਸਿੰਘ ਜੀ ਜਿਹੜੇ ਇੰਸਪੈਕਟਰ ਸੀਗੇ, ਕਹਿੰਦੇ ਜੀ ਵੀ ਸੁੰਦਰ ਸ਼ਾਮ ਅਰੋੜਾ ਵਿਚਾਰਾ ਤਾਂ ਕੀ ਕਰਦਾ, ਉਹਨੂੰ ਬਰਾਬਰ ਦਾ ਮਾਣ ਸੀਗਾ ਜੀ ਮਨਮੋਹਨ ਸਿੰਘ ਹੁਣਾਂ ਦੇ ਉੱਤੇ, ਉਹਨੇ ਕਹਿਰ ਕਮਾ ਲਿਆ, ਦਗਾਦਾਰ ਤੋਂ ਆ ਸਜ਼ਾ ਤਾਂ ਉਹਨੂੰ ਹੋਣੀ ਚਾਹੀਦੀ ਹੈ। ਤੇ ਮੈਂ ਦੇਖਦਾ ਸੀ ਵੀ ਬਹੁਤ ਸਾਰੇ ਕ੍ਰੀਏਟਿਵ ਮਾਈਂਡ ਜਿਹੜੇ ਨੇ ਉਹ ਇੱਦਾਂ ਦੀਆਂ ਚੀਜ਼ਾਂ ਲਿਖਦੇ ਨੇ। ਪਰ ਸੁੰਦਰ ਸ਼ਾਮ ਅਰੋੜਾ ਵਣਜ ਤੇ ਵਪਾਰ ਮੰਤਰਾਲਾ ਰਿਹਾ ਉਹਨਾਂ ਕੋਲੇ ਸਾਬਕਾ, ਬੀਜੇਪੀ ਚ। ਹਾਂ, ਹੁਣ ਸਧਾਰਨ ਪਰਿਵਾਰ ਤੋਂ ਨੇ, ਨਹੀਂ ਸਧਾਰਨ, ਚਲੋ ਸਧਾਰਨ ਪਰਿਵਾਰ ਤੇ ਰੱਬ ਜਾਣਦਾ ਜੀ, ਕਿਉਂਕਿ ਉਹਨਾਂ ਨੇ ਜਿੰਨਾ ਪੈਸਾ ਕਮਾਇਆ ਤੇ ਕਿਸੇ ਹੋਰ ਨੇ ਨਹੀਂ ਕਮਾਇਆ ਹੋਣਾ ਨਾ। ਐਵੇਂ ਥੋੜੀ 50 ਲੱਖ ਚਲੇ ਗਏ ਇੱਕ ਲੈ ਕੇ, ਮੈਂ ਤੁਹਾਨੂੰ ਕੱਟ ਦਿੱਤਾ, ਉੱਥੋਂ ਸ਼ੁਰੂ ਕਰੋ। ਤੇ ਉਹ ਉੱਥੋਂ ਹੀ ਤੁਸੀਂ ਹਿਸਾਬ ਲਾਓ ਵੀ 50 ਲੱਖ ਲੈ ਕੇ ਤੁਰ ਪਏ ਵੀ ਜਗਮੋਹਨ ਜੀ ਨੂੰ ਦੇਣ ਚੱਲਾਂ ਆ, ਵੀ ਉਹ ਕਿਹੜਾ ਵੀ ਤੁਹਾਡਾ ਰਿਸ਼ਤੇਦਾਰ ਸੀ ਵੀ ਉਹਦੀ ਸਰਜਰੀ ਹੋਣੀ ਸੀਗੀ।
ਅਗਲਾ ਜਗਮੋਹਨ ਵੀ ਕਹਿੰਦਾ ਮੈਂ ਬੜੇ ਫਿਲਮੀ ਸਟਾਈਲ ਦੇ ਨਾਲ ਫੜਿਆ, ਮੈਂ ਬੜੀਆਂ ਸਾਰੀਆਂ ਇੰਟਰਵਿਊਜ਼ ਦੇਖੀਆਂ ਉਹਨਾਂ ਦੀਆਂ। ਤੇ ਉਹਨਾਂ ਨੇ ਹੁਣ ਪਹਿਲਾਂ ਉਹ ਕਾਂਗਰਸ 'ਚ ਸੀਗੇ, ਫਿਰ ਬੀਜੇਪੀ ਜੁਆਇਨ ਕਰ ਲਈ। ਤੇ ਅੱਜ ਮੈਂ ਬੀਜੇਪੀ ਵਾਲਿਆਂ ਦੇ ਵੀ ਬਿਆਨ ਵੇਖ ਲਏ ਤੇ ਉਹ ਵੀ ਬੜੇ ਮਾਸ਼ਾਅੱਲਾ ਵਾਲੇ ਬਿਆਨ ਸੀਗੇ। ਹੋ ਵੀ ਸਕਦਾ, ਦੇਖੋ ਕਹਿੰਦੇ ਨਾ ਵੀ ਜੋ ਉਹ ਤੁਹਾਨੂੰ ਸਾਰੇ ਸਿਸਟਮ ਦਾ ਪਤਾ ਹੁੰਦਾ ਆ। ਤੇ ਅੱਜ ਜਿਹੜਾ ਬਿਆਨ ਸੀਗਾ ਉਹ ਉਹਨਾਂ ਦਾ ਬੜੇ ਸਾਰੇ ਜਿਹੜੇ ਲੀਡਰ ਸੀਗੇ ਉਹ ਦਿੰਦੇ ਨੇ। ਉਹ ਲੀਡਰ ਕਹਿੰਦੇ ਆ ਵੀ ਜਾਂਚ ਤੇ ਇਹਨਾਂ ਦੀ ਵੀ ਹੋਣੀ ਚਾਹੀਦੀ ਵੀ ਉਹਨੇ ਆਪਣੇ ਘਰ ਕਾਹਤੋਂ ਸੱਦਿਆ, ਜੇ ਘਰ ਸੱਦਿਆ ਤਾਂ ਫਿਰ ਇੰਨੇ ਪੈਸੇ ਕਾਹਤੋਂ ਮੰਗੇ, ਤੇ ਸਰਾਸਰ ਉਹਨੇ ਵੀ ਮੰਗੀ ਆ। ਇਹ ਕਹਿੰਦੇ ਵੀ ਸਿਰਫ ਤੇ ਸਿਰਫ ਇਹ ਦਿਖਾਉਣਾ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਬਹੁਤ ਤਕੜੇ ਆ, ਬਾਕੀ ਸਾਰੇ ਜਿਹੜੇ ਅਸੀਂ ਮਤਲਬ ਬੜੇ ਪਵਿੱਤਰ ਆ, ਬਾਕੀ ਸਾਰੇ ਖਰਾਬ। ਉਹ ਕਹਿੰਦੇ ਜੀ ਇਹ ਗੁਜਰਾਤ ਵਿੱਚ ਆਪਣੀ ਛਵੀ ਮਜ਼ਬੂਤ ਕਰਨਾ ਚਾਹੁੰਦੇ ਆ, ਇਸ ਕਰਕੇ ਆ। ਹੁਣ ਮੈਨੂੰ ਨਹੀਂ ਸਮਝ ਆਉਂਦਾ ਵੀ ਇਹ ਛਵੀ ਕਿੱਦਾਂ ਮਜ਼ਬੂਤ ਹੋ ਜਾਊਗੀ, ਕਿਸ ਤਰੀਕੇ ਨਾਲ ਹੋਊਗੀ, ਪਰ ਉਹ ਕਹਿੰਦੇ ਵੀ ਦੋਨਾਂ ਪਾਸਿਓਂ ਜਾਂਚ ਹੋਣੀ ਚਾਹੀਦੀ ਹੈ। ਤੇ ਫਿਰ ਮੈਂ ਵੀ ਸੋਚਦਾ ਵੀ ਚਲੋ ਕਰਾ ਲੈਣ ਜਾਂਚ ਵੀ, ਹੋਣੀ ਵੀ ਤਾਂ ਚਾਹੀਦੀ ਆ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਬਿਲਕੁਲ ਹੋ ਜਾਏ। ਮੈਂ ਘੁੰਮ ਫਿਰ ਕੇ ਨਾ ਉਸੇ ਗੱਲ ਤੇ ਆ ਜਾਂਦਾ, ਕਿਉਂਕਿ ਜਿੰਨਾ ਮਰਜ਼ੀ ਰੜਕੀ ਜਾਓ ਗੱਲ ਵਿੱਚ ਉਹ ਹੀ ਨਿਕਲਣੀ ਹੈ ਕਿ ਮੇਨ ਦ ਬਾਟਮ ਲਾਈਨ ਇਜ਼, ਚਾਹੇ ਉਹ ਕਿਸੇ ਸੂਬੇ ਦੀ ਸਿਆਸਤ ਹੋਵੇ ਜਾਂ ਇਕੋਨਮੀ ਹੋਵੇ, ਚਾਹੇ ਕਿਸੇ ਦੇਸ਼ ਦੀ ਸਿਆਸਤ ਹੋਵੇ ਇਕੋਨਮੀ ਹੋਵੇ, ਚਾਹੇ ਅੰਤਰਰਾਸ਼ਟਰੀ ਪੱਧਰ ਤੇ ਆ ਜਾਓ ਉੱਥੇ ਵੀ ਸਿਆਸਤ ਹੋਵੇ ਇਕੋਨਮੀ ਹੋਵੇ, ਆਪਣੇ ਨਿੱਜੀ ਹਿੱਤਾਂ ਲਈ ਰਾਜਨੀਤੀ ਨੂੰ ਤੇ ਇਕੋਨਮੀ ਨੂੰ ਵਰਤਣਾ ਕਿਵੇਂ ਹੈ ਉਸ ਨੂੰ ਸਾਹਮਣੇ ਰੱਖ ਕੇ ਹੀ ਸਭ ਕੁਝ ਡਿਜ਼ਾਈਨ ਕੀਤਾ ਜਾਂਦਾ। ਸਾਰੀਆਂ ਪਾਲਿਸੀਆਂ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ, ਚਾਹੇ ਫੋਰਨ ਪਾਲਿਸੀ ਹੈ, ਚਾਹੇ ਉਹ ਨੈਸ਼ਨਲ ਪਾਲਿਸੀ ਹੈ, ਚਾਹੇ ਉਹ ਇੰਡਸਟਰੀਅਲ ਪਾਲਿਸੀ ਹੈ, ਐਗਰੀਕਲਚਰ ਪਾਲਿਸੀ ਹੈ, ਐਨੀਥਿੰਗ ਐਨੀ ABC ਉਸ ਚੀਜ਼ ਨੂੰ ਰੱਖ ਕੇ ਡਿਜ਼ਾਈਨ ਕੀਤੀ ਜਾਏਗੀ। ਔਰ ਉਹੀ ਅਸਰ ਇੱਥੇ ਹੈਗਾ। ਕੋਈ ਵੀ ਘਟਨਾ ਹੋਏਗੀ ਉਹਦੇ 'ਚ ਵੀ ਆਪਣਾ ਨਿੱਜੀ ਹਿੱਤ ਦੇਖ ਕੇ 50 ਲੱਖ ਰੁਪਈਆ ਦੇਣ ਚੱਲੇ, ਕਿਤੇ ਨਾ ਕਿਤੇ ਫਸਦੇ ਪਏ ਸੀ ਨਾ ਕੁਝ ਐਸੀਆਂ ਕਰਤੂਤਾਂ ਸਾਹਮਣੇ ਆਉਂਦੀਆਂ ਪਈਆਂ ਸੀ, ਫਸਣ ਦੀ ਲੱਗਦੀ ਪਈ ਸੀ ਕਿ ਜਾਂਚ ਵਿੱਚ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ 50 ਲੱਖ ਰੁਪਏ ਦੇਣ ਤੁਰ ਪਏ। ਹੋਰ ਵੀ ਉਹਨਾਂ ਨੇ ਕਈ ਗੱਲਾਂ ਮੰਨੀਆਂ ਨੇ, ਤੁਸੀਂ ਇਹ ਦੇਖ ਲਓ ਜੋ ਇਹ ਸਾਡੇ ਕੋਲ ਪਹੁੰਚ ਰਹੀਆਂ ਨੇ ਸਾਰੀਆਂ ਖਬਰਾਂ ਕਿ ਇਹ ਮੰਨਦੇ ਨੇ ਇਸ ਗੱਲ ਨੂੰ, ਤਾਂ ਹੀ ਇਸ ਚੀਜ਼ ਦੇ ਉੱਤੇ। ਔਰ ਐਵੇਂ ਤਾਂ ਨਹੀਂ ਕੁੱਕੂ ਰਾਣਾ ਰੋਂਦਾ, ਕੋਈ ਗੱਲ ਸਾਹਮਣੇ ਕੋਈ ਗੱਲ ਤਾਂ ਸੀਗੀ ਜਿਹੜੀ ਉਹ ਰੋਣ ਲੱਗ ਪਏ ਨੇ। ਚਲੋ ਅੱਗੇ ਚੱਲਦੇ ਹਾਂ। ਸੁਖਪਾਲ ਖਹਿਰਾ ਸਾਹਿਬ ਉਹ ਕਹਿੰਦੇ ਨੇ ਕੇਜਰੀਵਾਲ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ। ਜਿਹੜਾ ਮਨੀਸ਼ ਸਿਸੋਦੀਆ ਜੀ ਦਾ ਉਹਨਾਂ ਨੇ ਕੰਪੈਰੀਜ਼ਨ ਕੀਤਾ ਹੈ ਭਗਤ ਸਿੰਘ ਦੇ ਨਾਲ ਕਿ ਅੱਜ ਦੇ ਭਗਤ ਸਿੰਘ ਨੇ। ਅੱਛਾ, ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਜਿਹੜੀ ਆ ਨਾ, ਆਮ ਆਦਮੀ ਪਾਰਟੀ ਜਿਹੜੀ ਉੱਥੇ ਦਿੱਲੀ ਵਾਲੀ ਆ, ਉਹਨੂੰ ਸਾਹ ਨਹੀਂ ਆਉਣ ਦੇਣ ਡਈ। ਕਦੀ ਤੇ ਇਹਨਾਂ ਦੀ ਲੀਕਰ ਨੀਤੀ, ਤੇ ਕਦੀ ਇਹਨਾਂ ਦੀ ਆਬਾਕਾਰੀ ਨੀਤੀ, ਤੇ ਕਦੇ ਮਨੀਸ਼ ਸਿਸੋਦੀਆ ਤੇ ਕਦੇ ਰੇਟਸ ਪੈਂਦੇ, ਹਾਂ ਕਦੀ ਇਹਨਾਂ ਦਾ ਹੈਲਥ ਮਿਨਿਸਟਰ ਫੜ ਲੈਂਦੇ ਉਹ ਜੀ। ਉਹ ਛੱਡਣ ਦੇ ਨਹੀਂ ਕੋਈ ਤਰੀਕਾ ਹੋਵੇ। ਪਰ ਮੋਰਿਓ ਇਹ ਵੀ ਮੈਨੂੰ ਲੱਗਦਾ ਵੀ ਹੁਣ ਕਹਿੰਦੇ ਆ ਨਾ ਵੀ ਦੰਦ ਖੱਟੇ ਜੇ ਕਰਕੇ ਤੁਰੇ ਫਿਰ, ਚੀੜਾ ਜਿਹਾ ਹੋ ਕੇ ਤੁਰੇ ਫਿਰਦੇ। ਕਈ ਵਾਰੀ ਨਾ ਨਿਆਣੇ ਨੂੰ ਜ਼ਿਆਦਾ ਕੁੱਟੀ ਜਾਓ ਤੇ ਨਿਆਣਾ ਨੂੰ ਜ਼ਿਆਦਾ ਕਹੀ ਜਾਓ ਇਦਾਂ ਦਾ ਉਹ ਹੋ ਜਾਂਦਾ ਉਦਾਂ ਦਾ, ਉਹਨੂੰ ਲੱਗਦਾ ਵੀ ਮੈਂ ਇਦਾਂ ਦਾ ਹੀ ਹੋ ਗਿਆ। ਹੁਣ ਫਿਰ ਮੈਨੂੰ ਲੱਗਦਾ ਕਿ ਦਿੱਲੀ ਸਰਕਾਰ ਵੀ ਇਦਾਂ ਦੀ ਹੋ ਗਈ, ਇਦਾਂ ਦੀ, ਉਹਨੂੰ ਲੱਗਦਾ ਵੀ ਇਹ ਤਾਂ ਛੱਡਦੇ ਹੀ ਨਹੀਂ ਕਿ ਸਾਨੂੰ ਜੀ। ਮਨੀਸ਼ ਸਿਸੋਦੀਆ ਦਾ ਕੰਪੈਰੀਜ਼ਨ ਕਰਨਾ, ਉਹਨਾਂ ਨੇ ਦੇਖੋ ਇਦਾਂ ਕਿਹਾ ਵੀ ਅਸੀਂ ਸਾਰੇ ਭਗਤ ਸਿੰਘ ਵਰਗੇ ਹਾਂ ਵੀ, ਹੈ ਨਾ, ਵੀ ਸਾਡੇ 'ਚ ਜਜ਼ਬਾ ਆ। ਉਹ ਇਹ ਨਹੀਂ ਵੀ ਕਿਹਾ ਵੀ ਅਸੀਂ ਭਗਤ ਸਿੰਘ ਹੀ ਹਾਂ। ਅਰਗੇ 'ਚ ਤੇ ਉਹ ਕਹਿਣ 'ਚ ਹੋਣ 'ਚ ਤਾਂ ਬਹੁਤ ਫਰਕ ਆ। ਹੁਣ ਅਸੀਂ ਕਹਿ ਦਿੰਦੇ ਹਾਂ ਵੀ, ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਕਹਿ ਦਈਏ ਵੀ ਤੁਸੀਂ ਤੁਹਾਡੇ 'ਚ ਗੁਰੂ ਨਾਨਕ ਵਰਗੇ ਜਿਹੜੇ ਗੁਣ ਹੋਣੇ ਚਾਹੀਦੇ ਨੇ, ਜਾਂ ਉਹਨਾਂ 'ਚ ਤਾਂ ਗੁਰੂ ਬਾਬੇ ਨਾਨਕ ਕਰਕੇ ਗੁਣ ਆ। ਅਸੀਂ ਕਿਹੜਾ ਉਹਨਾਂ ਨੂੰ ਕਹਿਤਾ ਕਿ ਬਾਬੇ ਨਾਨਕ ਕਰਕੇ ਆ। ਮੈਨੂੰ ਇਹ ਲੱਗਦਾ ਕਿ ਸ਼ਬਦਾਂ ਦਾ ਤੋੜ ਮਰੋੜ ਜਿਹੜਾ ਸੁਖਪਾਲ ਖਹਿਰਾ ਕਰਦੇ ਆ ਨਾ, ਕਈ ਵਾਰੀ ਬਹੁਤ ਨਜਾਇਜ਼ ਚੀਜ਼ਾਂ ਹੁੰਦੀਆਂ। ਇਹ ਚਲੋ ਇਹ ਤੇ ਤੁਸੀਂ ਵੱਖਰੀ ਗੱਲ ਲਓ, ਉੱਦਾਂ ਵੀ ਕਿਤੇ ਨਾ ਕਿਤੇ ਉੱਠ ਹੀ ਜਾਂਦੇ ਰਹਿੰਦੇ ਆ। ਦੋ ਮੈਨੂੰ ਲੱਗਦਾ ਹੁੰਦਾ ਸੀ ਬੰਦੇ ਜਿਹੜੇ ਜਦੋਂ ਜੇਲ੍ਹ 'ਚ ਨਹੀਂ ਸੀਗੇ, ਸਾਡੇ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ, ਇਹ ਦੋਹੇ ਹੀ ਜਿਹੜੇ ਨੇ ਨਾ ਇਹ ਗੱਲਾਂ ਦਾ ਖੱਟਿਆ ਖਾਂਦੇ ਆ। ਜੇ ਦੋਵੇਂ ਕਾਂਗਰਸ ਦੇ ਵਿੱਚ ਰਹਿਣ, ਦੋਵੇਂ ਕਾਂਗਰਸ 'ਚ ਹੀ ਆ। ਮੈਂ ਕਹਿ ਰਿਹਾ ਦੋਵੇਂ ਕਾਂਗਰਸ 'ਚ ਰਹਿਣ, ਮਤਲਬ ਜਾਣ ਨਾ ਜਾਖੜ ਸਾਹਿਬ ਆਖਣ, ਦੋਵੇਂ ਕਾਂਗਰਸ 'ਚ ਰਹਿਣ ਤੇ ਦੋਵਾਂ ਨੂੰ ਕੋਈ ਵੱਡੇ ਅਹੁਦੇ ਦਿੱਤੇ ਜਾਣ ਔਰ ਇਹਨਾਂ ਦੀ ਕੈਮਿਸਟਰੀ ਸੈਟਲ ਕੀਤੀ ਜਾਵੇ, ਮੇਰੇ ਖਿਆਲ ਪੰਜਾਬ ਤੋਂ ਮੁੜ ਸੁਰਜੀਤ ਕਰ ਸਕਦੇ ਨੇ ਕਾਂਗਰਸ ਨੂੰ। ਦੋਵੇਂ ਵਕਤਾ ਬਹੁਤ ਵਧੀਆ ਗੱਲਾਂ 'ਚ ਉਹ ਕਹਿੰਦੇ ਨੇ ਗੱਲਾਂ ਦਾ ਕੜਾਹ ਬਣਾਉਣਾ ਤੇ ਮਿੱਠਾ ਥੋੜਾ ਕਿਉਂ ਪਾਉਣਾ, ਉਹ ਬਸ ਗੱਲ ਇਹਨਾਂ ਦਾ ਉਹੀ ਹਿਸਾਬ ਕਿਤਾਬ ਆ ਜੀ। ਚਲੋ ਚਲਦੇ ਆਪਾਂ ਇੱਕ ਹੋਰ ਨਿਊਜ਼ ਨੂੰ ਛੂ ਕੇ ਚੱਲਦੇ ਹਾਂ। ਅੰਮ੍ਰਿਤਪਾਲ ਤੇ ਜਿਹੜਾ ਈਸਾਈ ਭਾਈਚਾਰਾ ਹੈ, ਅੰਮ੍ਰਿਤਪਾਲ ਸਿੰਘ ਤੇ ਈਸਾਈ ਭਾਈਚਾਰਾ, ਇਹਨਾਂ ਦੀ ਆਪਸ ਦੇ ਵਿੱਚ ਕਾਫੀ ਖੜਕ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ। ਔਰ ਪਿੱਛੇ ਜੇ ਵੀ ਧਰਨਾ ਸੀ ਜਲੰਧਰ ਦੇ ਵਿੱਚ, PAP ਪਿੱਛੇ ਜੇ ਨਹੀਂ, ਆਪਾਂ ਕੱਲ ਦੀ ਇਸ ਗੱਲ PAP ਰੋਕ ਦਿੱਤਾ ਉਹਨਾਂ ਨੇ। ਜੀ ਦੇਖੋ ਪਤਾ ਗੱਲ ਕੀ ਆ, ਨਿੱਜੀ ਗੱਲਾਂ ਜਿਹੜੀਆਂ, ਧਰਮ ਜਿਹੜਾ ਤੁਹਾਡਾ ਨਿੱਜੀ ਮਾਮਲਾ ਹੋਣਾ ਚਾਹੀਦਾ ਮੈਨੂੰ ਲੱਗਦਾ। ਅੰਮ੍ਰਿਤਪਾਲ ਹੁਣੀ ਕਹਿੰਦੇ ਨੇ ਵੀ ਅਸੀਂ
ਵੀ ਉਹ ਯਿਸੂ ਮਸੀਹ ਤਾਂ ਆਪਣੇ ਆਪ ਨੂੰ ਨਹੀਂ ਬਚਾ ਸਕਿਆ, ਉਹ ਪਤਾ ਨਹੀਂ ਕੀ ਸਟੇਟਮੈਂਟ ਆ ਉਹਨਾਂ ਦੀ। ਦੂਸਰੇ ਬੰਨੇ ਉਹ ਫਿਰ ਗੁੱਸਾ ਕਰਦੇ ਆ, ਹਨਾ। ਮੈਂ ਪਹਿਲਾਂ ਇਹ ਗੱਲ ਕਹੂੰਗਾ ਵੀ ਜੇ ਸਿੱਖ ਕੋਈ ਜਾਂਦਾ ਵਾ ਈਸਾਈ ਧਰਮ 'ਚ, ਤਾਂ ਈਸਾਈ ਵਾਲੇ ਮਜਬੂਰੀ ਨਾਲ ਲੈ ਕੇ ਜਾਂਦੇ, ਪਹਿਲਾਂ ਇਹਦਾ ਪਤਾ ਲਵਾ ਲਓ, ਉਸ ਤੋਂ ਬਾਅਦ ਤੁਸੀਂ ਕੋਈ ਗੱਲ ਕਰਨੀ ਆ ਤੇ ਕਰੋ, ਹਨਾ। ਕੋਈ ਆਪਦੀ ਮਰਜ਼ੀ ਨਾਲ ਜਾਂਦਾ ਹੈ, ਹਨਾ। ਹੁਣ ਤੁਸੀਂ ਦੂਸਰੀ ਸਟੇਟਮੈਂਟ ਅੰਮ੍ਰਿਤਪਾਲ ਦੀ ਸੁਣਿਓ, ਉਹ 'ਚ ਉਹ ਲੱਗਦਾ, ਉਹ ਕਹਿੰਦਾ ਜੀ ਮੈਂ ਤਾਂ ਇਹਨਾਂ ਦੇ ਗੁਰੂ ਨੂੰ ਮਾੜਾ ਕਿਹਾ ਹੀ ਨਹੀਂ ਆ। ਉਹ ਕਹਿੰਦਾ ਵੀ ਇੱਕ ਗੱਲ ਉਹਨੇ ਫਿਰ ਇਹ ਵੀ ਕਹੀ, ਕਹਿੰਦਾ ਵੀ ਹੁਣ ਤਾਈ ਤੇ ਸਾਡੇ ਸਿੱਖਾਂ ਦੇ ਵਿੱਚ ਆ ਜਿਹੜੇ ਮਾੜਾ ਜਿਹਾ ਫੱਟ ਲੱਗਦਾ ਧਰਮ ਬਦਲ ਲੈਂਦੇ ਆ, ਹਨਾ, ਵੀ ਇੱਥੇ ਤਾਂ ਤੱਤੀ ਤਵੀ ਤੇ ਹੀ ਬੈਠ ਗਏ। ਪਰ ਮੈਂ ਉਹੀ ਗੱਲ ਕਹਿਣਾ ਸੀ ਵੀ ਇਹ ਅੰਮ੍ਰਿਤਪਾਲ ਪਹਿਲਾਂ ਕਾਹਤੋਂ ਨਹੀਂ ਗੱਲ ਇਹ ਕਹਿੰਦਾ ਸਟੇਜ ਤੋਂ? ਅੰਮ੍ਰਿਤਪਾਲ ਨੂੰ ਗੱਲ ਹੀ ਇਹ ਕਹਿਣੀ ਚਾਹੀਦੀ ਸੀ ਵੀ ਤੁਸੀਂ ਕੀ ਤੁਰੇ ਫਿਰਦੇ ਹੋ ਥਾਂ ਥਾਂ ਦੇ ਉੱਤੇ, ਜੇ ਗੁਰੂ ਵਾਲੇ ਹੋ ਤਾਂ ਫਿਰ ਗੁਰੂ ਨੂੰ ਦੱਸੋ ਵੀ ਅਸੀਂ ਬਿਮਾਰ ਹਾਂ ਜੀ, ਸਾਡੀ ਠੀਕ ਨਹੀਂ ਹੋਣ ਡਈ ਬਿਮਾਰੀ, ਵੀ ਤੁਸੀਂ ਕਰੋ ਕੁਛ ਇਲਾਜ ਇਹਦਾ। ਇਹਦਾ ਮਤਲਬ ਸਾਡਾ ਜ਼ਮੀਰ ਪੱਕਾ ਨਹੀਂ ਹੈਗਾ, ਹਨਾ। ਅਸੀਂ ਆਪਦਿਆਂ ਨੂੰ ਕਹੀਏ, ਮਤਲਬ ਤੁਸੀਂ ਜਦੋਂ ਦੇਖੋ ਨਾ, ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਘਰ ਦੇ ਤੁਹਾਨੂੰ ਸਿਖਾਉਂਦੇ ਆ, ਵੀ ਘਰ ਦੇ ਗੱਲਾਂ ਕਰਦੇ ਹੁੰਦੇ ਆ ਵੀ ਫਲਾਨਾ ਮੁੰਡਾ ਠੀਕ ਨਹੀਂ ਨਿਕਲਿਆ, ਤੇ ਇਹ ਬੜੀ ਸਿਆਣੀ ਗੱਲ ਕਰਦਾ ਹੁੰਦਾ। ਉਹ ਕਹਿੰਦਾ ਜਦ ਆਪਦਾ ਨਹੀਂ ਠੀਕ, ਬਗਾਨਿਆਂ ਨੂੰ ਕੀ ਕਹੀਏ, ਵੀ ਕਿਹਨੂੰ ਕਹੀਏ ਵੀ ਇਹਦੇ ਨਾਲ ਨਾ ਫਿਰੋ, ਜਾਂ ਇਹਨੂੰ ਨਾਲ ਲੈ ਕੇ ਜਾਓ, ਵੀ ਸਾਡਾ ਆਪਦਾ ਨਹੀਂ ਡੱਕਿਆਂ ਡੱਕਦਾ। ਹੁਣ ਇੱਥੇ ਅੰਮ੍ਰਿਤਪਾਲ ਨੂੰ ਇਹ ਸਮਝਣੀ ਚਾਹੀਦੀ, ਤੁਸੀਂ ਆਪਦਿਆਂ ਨੂੰ ਜੋ ਮਰਜ਼ੀ ਕਹੀ ਜਾਓ, ਕਿਸੇ ਹੋਰ ਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਬੜਾ ਸੈਂਸਿਟਿਵ ਜਿਹੇ ਮੁੱਦੇ ਨੇ। ਕਹਿਣਾ ਆਪਣੇ ਆਪ ਨੂੰ ਚਾਹੀਦਾ, ਹਰੇਕ ਇਨਸਾਨ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ। ਅਸੀਂ ਦੂਜਿਆਂ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ, ਅਸੀਂ ਹਮੇਸ਼ਾ ਇੱਦਾਂ ਕਰਦੇ ਹਾਂ, ਠੀਕ ਹੈ ਨਾ। ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਸੀ, ਮੈਨੂੰ ਮਿਲੇ ਸੀ, ਮੈਂ ਕਿਹਾ ਜੀ ਕੀ ਕੰਮ ਕਰਦੇ ਹੋ? ਕਹਿੰਦੇ ਮੈਂ ਸਮਾਜ ਸੁਧਾਰਕ ਹਾਂ। ਮੈਂ ਕਿਹਾ ਤੁਸੀਂ ਆਪ ਸੁਧਰ ਗਏ ਹੋ, ਸਮਾਜ ਨੂੰ ਸੁਧਾਰਨ ਤੁਰ ਪਏ ਹੋ। ਇਹਦਾ ਤੁਸੀਂ ਮਹਾਂਪੁਰਖਾਂ ਦੇ ਲੈਵਲ ਦੀ ਗੱਲ ਕਰਦੇ ਹੋ, ਉਹ ਹੁੰਦੇ ਨੇ ਸਮਾਜ ਸੁਧਾਰਕ, ਤੁਸੀਂ ਸਮਾਜ ਸੇਵਕ ਹੋ, ਤੁਸੀਂ ਆਪਣੇ ਆਪ ਨੂੰ ਸਮਾਜ ਸੇਵਕ ਕਹੋ। ਹੁਣ ਇੱਥੇ ਆਪਾਂ ਦੇਖਦੇ ਹਾਂ ਰਾਜਨੀਤੀ, ਧਰਮ, ਜਾਤੀ, ਬੋਲੀ, ਇਲਾਕਾ, ਇਹ ਚਾਰ ਚੀਜ਼ਾਂ ਨੂੰ ਜਦੋਂ ਦੀ ਆਜ਼ਾਦੀ ਮਿਲੀ ਭਾਰਤ ਨੂੰ ਐਦਾਂ ਐਕਸਪਲੋਇਟ ਕੀਤਾ, ਐਦਾਂ ਇਸਤੇਮਾਲ ਕੀਤਾ ਲੋਕਾਂ ਨੂੰ ਖਿੰਡਾਉਣ ਦੇ ਵਿੱਚ ਔਰ ਆਪਣੀ ਸਿਆਸਤ ਪੱਕੀ ਕਰਨ ਦੇ ਵਿੱਚ, ਜਮਾਉਣ ਦੇ ਵਿੱਚ ਪੂਰਾ ਇਸ ਨੂੰ ਖੇਡਿਆ ਗਿਆ। ਇਹ ਚਾਰ ਚੀਜ਼ਾਂ ਦੇ ਉੱਤੇ ਬੇਸਡ ਹਰ ਚੀਜ਼ ਨੂੰ ਰੱਖ ਕੇ ਐਦਾਂ ਦੀ ਬਿਆਨਬਾਜ਼ੀ, ਮਾਹੌਲ ਪੈਦਾ ਕਰਨਾ ਔਰ ਆਪਣੀ ਸਿਆਸਤ ਚਮਕਾਉਣੀ, ਜਾਂ ਜੋ ਵੀ ਤੁਹਾਡੇ ਨਿੱਜੀ ਹਿੱਤ ਨੇ ਜਾਂ ਜੋ ਵੀ ਤੁਸੀਂ ਲੋਕਾਂ ਤੋਂ ਕਰਨਾ ਚਾਹੁੰਦੇ ਹੋ, ਹਰ ਚੀਜ਼ ਨੂੰ ਇੱਕ ਇਵੈਂਟ ਬਣਾ ਦਿੱਤਾ। ਇਵੈਂਟ ਕਿਉਂ ਕਰਨਾ ਇਹਨਾਂ ਨੂੰ ਕਲੀਅਰ ਹੈ, ਤੇ ਇਵੈਂਟ ਤੋਂ ਤੁਸੀਂ ਰਿਜ਼ਲਟ ਕੀ ਲੈਣੇ ਨੇ ਉਹ ਵੀ ਇਹਨਾਂ ਨੂੰ ਕਲੀਅਰ ਹੈ ਵਾਕਈ। ਔਰ ਇਸ ਚੀਜ਼ ਨੂੰ ਇੱਦਾਂ ਬਣਾ ਦੇਣਗੇ ਕਿ ਅਸੀਂ ਤੁਹਾਡੇ ਹੱਕ ਦੀ ਗੱਲ ਕਰਦੇ ਪਏ ਹਾਂ, ਇਮੋਸ਼ਨਲੀ ਐਂਡ ਸਾਈਕੋਲੋਜੀਕਲੀ ਇੱਦਾਂ ਚਾਰਜ ਕਰ ਦੇਣਗੇ ਕਿ ਬੰਦੇ ਨੂੰ ਇਹ ਪਤਾ ਕਰਨਾ ਮੁਸ਼ਕਿਲ ਹੋ ਜਾਊਗਾ ਸੱਚਾਈ ਕੀ ਹੈ ਤੇ ਝੂਠ ਕੀ ਹੈ। ਇੱਦਾਂ ਮਿਲਾ ਦੇਣਗੇ ਹਰ ਚੀਜ਼ ਨੂੰ, ਔਰ ਇੱਦਾਂ ਲੋਕ ਕਨਫਿਊਜ਼ ਹੋ ਕੇ ਇੱਦਾਂ ਦੇ ਸਟੈਪ ਲੈਂਦੇ ਨੇ ਜਿਹੜੇ ਸਮਾਜ ਦੇ ਖਿਲਾਫ ਜਾਂਦੇ ਨੇ, ਸੂਬੇ ਦੀ ਸ਼ਾਂਤੀ ਦੇ ਖਿਲਾਫ ਜਾਂਦੇ ਨੇ। ਵਾਕਈ ਤੁਸੀਂ ਦੇਖ ਸਕਦੇ ਹੋ ਇਹ ਸਟੈਪ ਜਿਹੜੇ ਨੇ ਬੜੇ ਘਾਤਕ ਹੋ ਸਕਦੇ ਨੇ। ਤੁਸੀਂ ਵੀ ਜਦੋਂ ਕਿਸੇ ਦੀ ਗੱਲ ਦੇ ਉੱਤੇ ਗੌਰ ਕਰ ਰਹੇ ਹੋ ਤਾਂ ਉਹਦੇ ਚਾਰੇ ਪਾਸੇ ਜ਼ਰੂਰ ਵੇਖੋ ਜੀ, ਤਾਂ ਜੋ ਸਮਾਜ ਦੇ ਵਿੱਚ ਸਦਭਾਵਨਾ, ਮਿਲਵਰਤਨ ਤੇ ਖੁਸ਼ਹਾਲੀ ਬਣੀ ਰਹੇ। ਫਿਲਹਾਲ ਮੈਂ ਤੇ ਸੰਜੀਵ ਜੀ ਚੱਲਦੇ ਹਾਂ, ਸਾਨੂੰ ਦਿਵਾ ਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।